ਸੰਧੂ ਸਾਹਿਬ, ਤੁਸੀਂ ਕੱਲ੍ਹ ਖਬਰ ਸਾਂਝੀ ਕੀਤੀ ਸੀ ਕਿ ਲਾਰੈਂਸ ਬਿਸ਼ਨੋਈ ਦੀ 8 ਦਿਨਾਂ ਦੀ ਰਿਮਾਂਡ ਜਿਹੜੀ ਆ ਉਹ ਅੰਮ੍ਰਿਤਸਰ ਪੁਲਿਸ ਨੂੰ ਮਿਲੀ ਹੈ। ਹੁਣ ਉਹਦੇ ਨਾਲ ਸੰਬੰਧਿਤ ਕਈ ਖਬਰਾਂ ਸਾਹਮਣੇ ਆ ਰਹੀਆਂ ਨੇ ਲਾਰੈਂਸ ਬਿਸ਼ਨੋਈ ਦੇ ਨਾਲ ਸੰਬੰਧਿਤ। ਇੱਕ ਇਹ ਵੀ ਖਬਰ ਆ ਰਹੀ ਹੈ ਵੀ ਉਹਨੇ ਜੇਲ੍ਹ ਦੇ ਵਿੱਚੋਂ ਹੀ ਕਰੋੜਾਂ ਦੀ ਜਿਹੜੀ ਫਿਰੌਤੀ ਆ ਵਸੂਲ ਕੀਤੀ। ਇਹ ਕਿਵੇਂ ਹੋਇਆ ਜੀ? ਵਾਸੂ ਜੀ, ਬੜਾ ਹੈਰਾਨੀਜਨਕ ਮਾਮਲਾ ਹੈ ਪਰ ਸੱਚ ਹੈ। ਜਿਸ ਵੇਲੇ ਸਿੱਧੂ ਮੂਸੇਵਾਲਾ ਦਾ ਕਤਲ ਕਾਂਡ ਹੋਇਆ ਸੀ, ਜਦੋਂ ਗੋਲਡੀ ਬਰਾੜ ਨੇ ਉਸਦੀ ਜ਼ਿੰਮੇਵਾਰੀ ਲਈ ਸੀ ਜੀ, ਤੇ ਉਸ ਤੋਂ ਪਿੱਛੋਂ ਇਹ ਖੁਲਾਸਾ ਹੋਇਆ ਸੀ ਕਿ ਸਾਰਾ ਤਾਣਾ ਬਾਣਾ ਜਿਹੜਾ ਹੈ, ਇਹ ਸਾਜ਼ਿਸ਼ ਜਿਹੜੀ ਸਾਰੀ ਘੜੀ ਗਈ ਹੈ, ਇਹਦੇ ਪਿੱਛੇ ਮੁੱਖ ਹੱਥ ਜਿਹੜਾ ਉਹ ਲਾਰੈਂਸ ਬਿਸ਼ਨੋਈ ਦਾ ਹੈ। ਹੁਣ ਲਾਰੈਂਸ ਬਿਸ਼ਨੋਈ ਤਾਂ ਉਸ ਵੇਲੇ ਤਿਹਾੜ ਜੇਲ੍ਹ 'ਚ ਬੈਠਾ ਸੀ। ਤਿਹਾੜ ਜੇਲ੍ਹ ਦੇ ਵਿੱਚ ਬੈਠਾ ਹੈ, ਇੱਕ ਗੈਂਗਸਟਰ ਹੈ ਉੱਥੇ, ਆਲੇ ਦੁਆਲੇ ਇੰਨਾ ਸਖਤ ਪਹਿਰਾ ਹੈ ਕਿ ਉਹਦੇ ਵਿੱਚ ਬੈਠ ਕੇ ਉਹ ਇਸ ਤਰ੍ਹਾਂ ਦੀ ਸਾਜ਼ਿਸ਼ ਕਿਵੇਂ ਕੱਢ ਸਕਦਾ ਹੈ। ਪਰ ਹਕੀਕਤ ਇਹ ਸੀ, ਜਿਹੜਾ ਇੱਕ ਉਹਦੇ ਨਾਲ ਹੋਰ ਸ਼ਾਹਰੁਖ ਨਾਂ ਦਾ ਜਿਹੜਾ ਗੈਂਗਸਟਰ ਫੜਿਆ ਗਿਆ ਸੀ, ਉਸਨੇ ਵੀ ਇਨਕਸ਼ਾਫ ਕੀਤਾ ਸੀ ਇਹ ਕਿ ਲਾਰੈਂਸ ਬਿਸ਼ਨੋਈ ਨੇ ਸਾਰੀ ਸਾਜ਼ਿਸ਼ ਘੜੀ ਹੈ। ਉਸਨੇ ਇਹ ਵੀ ਦੱਸਿਆ ਸੀ ਕਿ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਵਾਸਤੇ ਪਹਿਲਾਂ ਮੈਨੂੰ ਸੁਪਾਰੀ ਦਿੱਤੀ ਗਈ ਸੀ, ਅਸੀਂ ਉਹਦੇ ਪਿੰਡ ਰੈਕੀ ਕਰਨ ਵੀ ਗਏ ਸੀਗੇ। ਉਸ ਤੋਂ ਬਾਅਦ ਉਹ ਫੜਿਆ ਗਿਆ, ਪਰ ਫਿਰ ਉਸਨੇ ਕਿਹਾ ਕਿ ਮੈਂ ਇਹਦੇ ਵਿੱਚੋਂ ਹੱਥ ਜਿਹੜਾ ਉਹ ਪਿੱਛੇ ਖਿੱਚ ਲਿਆ। ਫਿਰ ਸਾਰੀ ਸਾਜ਼ਿਸ਼ ਜਿਹੜੀ ਆ ਉਹ ਜੇਲ੍ਹ ਵਿੱਚ ਬੈਠੇ ਬੈਠੇ ਲਾਰੈਂਸ ਬਿਸ਼ਨੋਈ ਨੇ ਤਿਆਰ ਕੀਤੀ। ਬੜੀ ਹੈਰਾਨੀਜਨਕ ਗੱਲ ਹੈ ਕਿ ਲਾਰੈਂਸ ਬਿਸ਼ਨੋਈ ਦੇ ਕੋਲ ਮੋਬਾਈਲ ਵੀ ਪਹੁੰਚ ਜਾਂਦੇ ਨੇ, ਉਹਦੇ ਕੋਲ ਸਿਮ ਵੀ ਪਹੁੰਚ ਜਾਂਦੇ ਨੇ, ਔਰ ਉਹ ਇਹ ਵੀ ਕਿਹਾ ਜਾਂਦਾ ਹੈ ਕਿ ਉਹ ਕਿੰਨੇ ਸਿਮ ਰੱਖਦਾ ਆਪਣੇ ਕੋਲ, ਕੋਈ ਇੱਕ ਸਿਮ ਨਹੀਂ ਰੱਖਦਾ। ਕੋਈ 25 30 40 ਸਿਮ ਉਹਦੇ ਕੋਲ ਹੁੰਦੇ ਨੇ ਤੇ ਉਸ ਨੂੰ ਪਤਾ ਹੁੰਦਾ ਕਿ ਕਿਹੜਾ ਸਿਮ ਪਾ ਕੇ ਕਿੱਥੇ ਗੱਲ ਕਰਨੀ ਹੈ ਜੀ। ਔਰ ਪਿਛਲੇ ਦਿਨੀ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚੋਂ ਬੜੇ ਸਾਰੇ ਮੋਬਾਈਲ ਬਰਾਮਦ ਹੋਏ, ਅਜੇ ਤੱਕ ਵੀ ਹੋ ਰਹੇ ਨੇ। ਪੰਜਾਬ ਸਰਕਾਰ ਨੇ ਵੀ ਇਹ ਐਲਾਨ ਕੀਤਾ ਸੀ ਕਿ ਅਸੀਂ ਜੇਲ੍ਹਾਂ ਨੂੰ ਮੋਬਾਈਲਾਂ ਤੋਂ ਮੁਕਤ ਕਰਾਂਗੇ। ਕੇਂਦਰ ਸਰਕਾਰ ਨੇ ਵੀ ਕਿਹਾ ਸੀਗਾ ਕਿ ਜੇਲ੍ਹਾਂ ਦੇ ਵਿੱਚ ਸਾਰੀਆਂ ਦੇ ਵਿੱਚ, ਹਾਲਾਂਕਿ ਤਿਹਾੜ ਜੇਲ੍ਹ ਵਿੱਚ ਇਹ ਵੀ ਪਤਾ ਲੱਗਿਆ ਕਿ ਜੈਮਰ ਲੱਗੇ ਹੋਏ ਨੇ, ਸਭ ਦੇ ਵਿੱਚ ਜਿਹੜੇ ਆ ਮੋਬਾਈਲ ਉਹਨਾਂ ਦੀ ਕੋਈ ਵਰਤੋਂ ਨਹੀਂ ਹੋ ਸਕੇਗੀ, ਮੋਬਾਈਲ ਅੰਦਰ ਨਹੀਂ ਜਾ ਸਕਣਗੇ। ਇੰਨੇ ਸਖਤ ਪਹਿਰਿਆਂ ਦੇ ਬਾਵਜੂਦ ਕਤਲ ਦੀ ਵੀ ਸਾਜ਼ਿਸ਼ ਉਸਨੇ ਤਿਆਰ ਕਰ ਲਈ ਤੇ ਫਿਰ ਉਸਨੇ ਹੁਣ ਇੰਕਸ਼ਾਫ ਕੀਤਾ, ਕਿਉਂਕਿ ਅੱਜ ਕੱਲ੍ਹ ਪੰਜਾਬ ਪੁਲਿਸ ਦੀ ਕਸਟਡੀ 'ਚ ਹੈ। ਪੰਜਾਬ ਪੁਲਿਸ ਲਾਰੈਂਸ ਬਿਸ਼ਨੋਈ ਕੋਲੋਂ ਪੁੱਛਗਿੱਛ ਕਰ ਰਹੀ ਹੈ, ਤਾਂ ਪੰਜਾਬ ਪੁਲਿਸ ਨੂੰ ਲਾਰੈਂਸ ਬਿਸ਼ਨੋਈ ਨੇ ਇਹ ਗੱਲ ਦੱਸੀ ਹੈ ਕਿ ਪਿਛਲੇ 5 ਸਾਲਾਂ ਵਿੱਚ ਉਸਨੇ ਜੇਲ੍ਹ ਦੇ ਵਿੱਚ ਬੈਠੇ ਬੈਠੇ ਹੀ 4 ਕਰੋੜ ਰੁਪਏ ਦੀ ਫਿਰੌਤੀ ਵਸੂਲ ਕੀਤੀ ਹੈ। ਕਿਸੇ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ, ਕਿਸੇ ਨੂੰ ਅਗਵਾ ਕਰਨ ਦੀ ਧਮਕੀ ਦੇ ਕੇ, ਕਿਸੇ ਦੇ ਬੱਚਿਆਂ ਨੂੰ ਅਗਵਾ ਕਰਨ ਦੀ ਧਮਕੀ ਦੇ ਕੇ, ਕਿਸੇ ਦੇ ਘਰ ਦੇ ਉੱਤੇ ਗੋਲੀਆਂ ਚਲਾ ਕੇ, ਕਿਸੇ ਨਾ ਕਿਸੇ ਢੰਗ ਦੇ ਨਾਲ ਉਹਨਾਂ ਨੂੰ ਦਬਾਇਆ ਧਮਕਾਇਆ ਜਾਂਦਾ ਹੈ, ਕਾਰੋਬਾਰੀ ਲੋਕਾਂ ਨੂੰ, ਔਰ ਫਿਰ ਉਹਨਾਂ ਕੋਲੋਂ ਪੈਸਾ ਵਸੂਲਿਆ ਜਾਂਦਾ ਹੈ। ਇਹ ਸਾਰੀ ਯੋਜਨਾ ਜਿਹੜੀ ਹੈ, ਇਹ ਬੜੇ ਇੱਕ ਨੈਟਵਰਕ ਹੈ ਜਿਹਦੇ ਰਾਹੀਂ ਇਹ ਕੰਮ ਹੁੰਦਾ ਹੈ। ਪਹਿਲਾਂ ਉਹਨਾਂ ਆਦਮੀਆਂ ਦੀ ਸੂਚਨਾ ਇਕੱਤਰ ਕੀਤੀ ਜਾਂਦੀ ਹੈ, ਕਿਸ ਕਿਸ ਦੇ ਕੋਲੋਂ ਫਿਰੌਤੀ ਵਸੂਲ ਕਰਨੀ ਹੈ, ਕੌਣ ਆਦਮੀ ਇੰਨਾ ਪੈਸਾ ਦੇ ਸਕਦਾ ਹੈ, ਕਿਹਦੇ ਕੋਲ ਇੰਨਾ ਪੈਸਾ ਹੈਗਾ ਹੈ। ਫਿਰ ਉਹਦੇ ਸਾਰੇ ਘਟਨਾ ਚੱਕਰ ਦੀ ਜਾਣਕਾਰੀ ਹਾਸਲ ਕੀਤੀ ਜਾਂਦੀ ਹੈ ਕਿ ਉਹ ਕਿੱਥੇ ਰਹਿੰਦਾ ਹੈ, ਕਦੋਂ ਉੱਠਦਾ ਹੈ, ਕਦੋਂ ਜਾਗਦਾ ਹੈ, ਕਿੱਥੇ ਕੰਮ ਜਾਂਦਾ ਹੈ, ਕਦੋਂ ਆਉਂਦਾ ਹੈ, ਉਹਦੇ ਬੱਚੇ ਕਿੱਥੇ ਪੜ੍ਹਦੇ ਨੇ, ਉਹਦੇ ਪਰਿਵਾਰ ਵਾਲੇ ਕਿੱਥੇ ਰਹਿੰਦੇ ਨੇ। ਇਹ ਸਾਰੀ ਚੀਜ਼ ਉਹਨਾਂ ਦੀ ਇਕੱਠੀ ਕਰਕੇ ਫਿਰ ਉਸ ਤੋਂ ਬਾਅਦ ਉਸ ਜਿਹੜਾ ਰੈਕੀ ਕਰਨ ਵਾਲਾ ਬੰਦਾ ਉਹ ਹੋਰ ਹੈ, ਜਾਣਕਾਰੀ ਇਕੱਠੀ ਕਰਕੇ ਅੱਗੇ ਪਹੁੰਚਾਉਣ ਵਾਲਾ ਹੋਰ ਹੈ, ਉਹਦੀਆਂ ਕੜੀਆਂ ਸਾਰੀਆਂ ਲਾਰੈਂਸ ਬਿਸ਼ਨੋਈ ਦੇ ਨਾਲ ਜੁੜੀਆਂ ਹੁੰਦੀਆਂ ਨੇ। ਹਦਾਇਤ ਉੱਥੋਂ ਜਾਰੀ ਹੁੰਦੀ ਹੈ ਕਿ ਠੀਕ ਹੈ, ਇਸ ਬੰਦੇ ਕੋਲੋਂ ਇੰਨਾ ਪੈਸਾ ਤੁਸੀਂ ਮੰਗ ਲਓ। ਉਹ ਪੈਸਾ ਜਿਹੜਾ ਹੈ ਉਹਦੇ ਕੋਲੋਂ ਮੰਗ ਕੇ ਫਿਰ ਅੱਗੇ ਤੋਂ ਅੱਗੇ ਉਸ ਨੂੰ ਪਹੁੰਚਾਇਆ ਜਾਂਦਾ। ਇਹ ਵੀ ਪਤਾ ਲੱਗਾ ਕਿ ਕੁਝ ਦੇਸ਼ਾਂ ਦੇ ਵਿੱਚ ਉਸ ਦੇ ਖਾਤੇ ਵੀ ਨੇ, ਜਾਂ ਉੱਥੇ ਉਹ ਪੈਸਾ ਰੱਖਿਆ ਜਾਂਦਾ, ਉਸਦੇ ਬੰਦੇ ਹੀ ਬੈਠੇ ਨੇ ਉੱਥੇ। ਜਿਵੇਂ ਕੈਨੇਡਾ ਦੇ ਵਿੱਚ ਵੀ ਕਾਫੀ ਪੈਸਾ ਉਹਦਾ ਰੱਖਿਆ ਜਾਂਦਾ ਹੈ। ਉਹ ਗੋਲਡੀ ਬਰਾੜ ਉਹ ਸਾਰਾ ਉਹਦੀ ਦੇਖਭਾਲ ਕਰਦਾ ਹੈ। ਉਹਦੇ ਵਿੱਚੋਂ ਜਿਹੜਾ ਪੈਸਾ ਇਸ ਤਰ੍ਹਾਂ ਫਿਰੌਤੀ ਦਾ ਵਸੂਲਿਆ ਜਾਂਦਾ ਹੈ, ਉਹਦੇ ਵਿੱਚੋਂ ਗੋਲਡੀ ਬਰਾੜ ਨੂੰ ਵੀ ਕਾਫੀ ਹਿੱਸਾ ਮਿਲਦਾ ਹੈ ਜੀ। ਇਹ ਪਤਾ ਲੱਗਿਆ ਕਿ ਜਿਹੜੀ ਪਿਛਲੇ 5 ਸਾਲਾਂ ਦੇ ਵਿੱਚ ਲਾਰੈਂਸ ਦੇ ਗੈਂਗ ਨੇ ਜਿਹੜੀ ਵਸੂਲੀ ਕੀਤੀ ਹੈ, ਉਹ ਪੰਜਾਬ, ਦਿੱਲੀ, ਹਰਿਆਣਾ, ਰਾਜਸਥਾਨ ਅਤੇ ਚੰਡੀਗੜ੍ਹ ਦੇ ਕਾਰੋਬਾਰੀਆਂ ਤੋਂ ਕੀਤੀ ਗਈ ਹੈ। ਕਈ ਥਾਵਾਂ ਦੇ ਵਿੱਚ ਸੱਟੇਬਾਜ਼ਾਂ ਨੂੰ ਵੀ ਇਹਨਾਂ ਨੇ ਆਪਣਾ ਟਾਰਗੇਟ ਬਣਾਇਆ, ਨਿਸ਼ਾਨਾ ਬਣਾਇਆ। ਜਿਹੜੇ ਸੱਟੇਬਾਜ਼ ਸੱਟੇ ਦਾ ਜਿਹੜਾ ਕੰਮ ਕਰਦੇ ਨੇ, ਉਹਨਾਂ ਨੂੰ ਵੀ ਆਪਣਾ ਇਹਨਾਂ ਨੇ ਨਿਸ਼ਾਨਾ ਬਣਾਇਆ। ਔਰ ਇਹ ਪਤਾ ਲੱਗਿਆ ਕਿ 25 ਦੇ ਕਰੀਬ ਕਾਰੋਬਾਰੀਆਂ ਕੋਲੋਂ ਇਹ ਪੈਸਾ ਵਸੂਲਿਆ ਗਿਆ ਹੈ। ਇਹਨਾਂ ਦੇ ਵਿੱਚ 2 ਸਾਲ ਪਹਿਲਾਂ ਚੰਡੀਗੜ੍ਹ ਦੇ ਇੱਕ ਸ਼ਰਾਬ ਕਾਰੋਬਾਰੀ ਕੋਲੋਂ ਵੀ 30 ਲੱਖ ਰੁਪਏ ਦੀ ਵਸੂਲੀ ਕੀਤੀ ਗਈ ਸੀ। ਉਸ ਦੇ ਘਰ ਦੇ ਉੱਤੇ ਫਾਇਰਿੰਗ ਕੀਤੀ ਗਈ, ਉਸ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ, ਉਸ ਦੇ ਬੱਚਿਆਂ ਨੂੰ ਅਗਵਾ ਕਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਉਸ ਤੋਂ ਬਾਅਦ ਉਹਦੇ ਕੋਲੋਂ 30 ਲੱਖ ਰੁਪਇਆ ਵਸੂਲਿਆ ਗਿਆ। ਇਹ ਠੀਕ ਹੈ ਕਿ ਜਿਹੜੇ 25 ਕਾਰੋਬਾਰੀਆਂ ਕੋਲੋਂ
ਲਾਰੈਂਸ ਗੈਂਗ ਨੇ ਵਸੂਲੀ ਕੀਤੀ ਹੈ, ਪੈਸਾ ਵਸੂਲਿਆ ਹੈ। ਪੁਲਿਸ ਨੇ ਸੁਰੱਖਿਆ ਦੇ ਕਾਰਨ ਕਰਕੇ ਉਹਨਾਂ ਦੇ ਨਾਮ ਅਤੇ ਪਤੇ ਜ਼ਾਹਰ ਨਹੀਂ ਕੀਤੇ। ਸਿਰਫ ਇੱਕ ਬਾਰੇ ਹੀ ਦੱਸਿਆ ਗਿਆ ਹੈ ਕਿ ਇੱਕ ਜਿਹੜਾ ਉਹ ਚੰਡੀਗੜ੍ਹ ਦਾ ਸ਼ਰਾਬ ਦਾ ਕਾਰੋਬਾਰੀ ਸੀ। ਹੁਣ ਜਿਹੜਾ ਇੰਨਾ ਪੈਸਾ ਆ ਜਾਂਦਾ, ਫਿਰ ਉਹ ਪੈਸੇ ਨੂੰ ਅੱਗੇ ਕਿਸ ਤਰ੍ਹਾਂ ਇਸਤੇਮਾਲ ਕਰਨਾ ਹੈ, ਉਹਦੇ ਨਾਲ ਹਥਿਆਰ ਖਰੀਦੇ ਜਾਂਦੇ ਨੇ ਮਹਿੰਗੇ ਤੋਂ ਮਹਿੰਗੇ, ਜਿਹੜੇ ਵਾਰਦਾਤਾਂ ਦੇ ਵਿੱਚ ਇਸਤੇਮਾਲ ਕੀਤੇ ਜਾਂਦੇ ਨੇ। ਫਿਰ ਜਿਹੜੀ ਮਤਲਬ ਇਸ ਨੇ ਇੰਨੇ ਜ਼ਿਆਦਾ ਅੱਗੇ ਆਪਣੇ ਨਾਲ ਬੰਦੇ ਜੋੜੇ ਹੋਏ ਨੇ, ਸ਼ਾਰਪ ਸ਼ੂਟਰ ਨੇ, ਰੈਕੀ ਕਰਨ ਵਾਲੇ ਨੇ, ਬਾਕੀ ਚੀਜ਼ਾਂ ਮੁਹੱਈਆ ਕਰਵਾਉਣ ਵਾਲੇ ਨੇ। ਫਿਰ ਕੁਛ ਪੈਸਾ ਜਿਹੜਾ ਉਹਨਾਂ ਨੂੰ ਦਿੱਤਾ ਜਾਂਦਾ ਉਹਦੇ ਵਿੱਚੋਂ, ਔਰ ਬਾਕੀ ਦਾ ਜਿਹੜਾ ਪੈਸਾ ਹੈ ਉਹ ਕੈਨੇਡਾ ਅਤੇ ਥਾਈਲੈਂਡ ਦੇ ਵਿੱਚ ਪਤਾ ਲੱਗਿਆ ਹੈ ਵੀ ਉੱਥੇ ਉਹ ਟਿਕਾਣੇ ਲਾਇਆ ਜਾਂਦਾ ਹੈ। ਇਸ ਮੌਕੇ 'ਤੇ ਇਹ ਗੱਲ ਦੱਸੀ ਗਈ ਹੈ, ਇਹ ਵੀ ਲਾਰੈਂਸ ਬਿਸ਼ਨੋਈ ਨੇ ਦੱਸੀ ਹੈ ਕਿ 1000 ਦੇ ਕਰੀਬ ਲੋਕ ਉਹਦੇ ਨਾਲ ਜੁੜੇ ਹੋਏ ਨੇ, ਜਿਨ੍ਹਾਂ ਦੇ ਵਿੱਚ 700 ਸ਼ਾਰਪ ਸ਼ੂਟਰ ਨੇ, ਬਾਕੀ ਕੁਝ ਰੈਕੀ ਕਰਨ ਵਾਲੇ, ਕੁਝ ਜਾਣਕਾਰੀਆਂ ਇਕੱਠੀਆਂ ਕਰਨ ਵਾਲੇ, ਕੁਝ ਸੂਚਨਾ ਦੇਣ ਵਾਲੇ, ਕੁਝ ਹਥਿਆਰਾਂ ਦਾ ਪ੍ਰਬੰਧ ਕਰਨ ਵਾਲੇ, ਕੁਝ ਗੱਡੀਆਂ ਮੁਹੱਈਆ ਕਰਵਾਉਣ ਵਾਲੇ। ਉਹ ਸਾਰਾ ਅੱਗੇ ਤੋਂ ਅੱਗੇ ਨੈਟਵਰਕ ਚੱਲਦਾ, ਜਿਨ੍ਹਾਂ ਦੀ ਜੋ ਡਿਊਟੀ ਲੱਗੀ ਹੈ ਉਹ ਉਸ ਤਰ੍ਹਾਂ ਦਾ ਕੰਮ ਕਰਦੇ ਨੇ। ਔਰ ਇੱਕ ਪੰਜਾਬ ਦੇ ਵਿੱਚ ਉਹਦਾ ਕੋਈ ਆਦਮੀ ਬੈਠਾ ਸਤਬੀਰ ਨਾਂ ਦਾ, ਜਿਹਦੇ ਬਾਰੇ ਖੁਲਾਸਾ ਹੋਇਆ ਹੈ ਕਿ ਉਹ ਕਾਰੋਬਾਰੀਆਂ ਦੀ ਪਛਾਣ ਕਰਨ ਦਾ ਕੰਮ ਸਤਬੀਰ ਕਰਦਾ ਸੀ ਜੀ। ਉਹ ਕਾਰੋਬਾਰੀਆਂ ਦੀ ਪਛਾਣ ਕਰਦਾ ਸੀ, ਫਿਰ ਉਹਨਾਂ ਦੇ ਬਾਰੇ ਸਾਰੀ ਜਾਣਕਾਰੀ ਇਕੱਠੀ ਕਰਕੇ ਉਹ ਅੱਗੇ ਪਹੁੰਚਾਉਂਦਾ ਸੀਗਾ, ਔਰ ਫਿਰ ਵਿਦੇਸ਼ੀ ਨੰਬਰਾਂ ਦੇ ਉੱਤੇ ਇੰਟਰਨੈੱਟ ਰਾਹੀਂ ਕਾਲ ਕਰਕੇ, ਹੋਰ ਕਾਲ ਕਰਕੇ ਵਿਦੇਸ਼ਾਂ 'ਚ ਬੈਠੇ ਜਿਹੜੇ ਲਾਰੈਂਸ ਦੇ ਬੰਦੇ ਨੇ ਉਹਨਾਂ ਤੱਕ ਜਾਣਕਾਰੀ ਪਹੁੰਚਦੀ ਸੀ, ਅਤੇ ਫਿਰ ਉੱਥੋਂ ਧਮਕੀ ਆਉਂਦੀ ਸੀ ਵਿਦੇਸ਼ਾਂ ਤੋਂ ਵਾਪਸ। ਉੱਥੋਂ ਵੀ ਫਿਰ ਉਹ ਇੰਟਰਨੈਸ਼ਨਲ ਕਾਲ ਜਾਂ ਵਟਸਐਪ ਕਾਲ ਜਾਂ ਹੋਰ ਇਸ ਤਰ੍ਹਾਂ ਦੇ ਤਰੀਕਿਆਂ ਰਾਹੀਂ ਫੋਨ ਕਰਕੇ ਫਿਰ ਅੱਗੇ ਧਮਕੀਆਂ ਦਿੰਦੇ ਸੀ, ਅਤੇ ਫਿਰ ਪੈਸਾ ਜਿਹੜਾ ਉਹ ਇਕੱਠਾ ਕਰਦੇ ਸੀ। ਇਹ ਵੀ ਪਤਾ ਲੱਗਾ ਕਿ 5 ਦੇਸ਼ਾਂ ਦੇ ਵਿੱਚ, ਕੈਨੇਡਾ, ਦੁਬਈ, ਆਸਟਰੀਆ, ਮੈਕਸੀਕੋ ਅਤੇ ਭਾਰਤ, ਇਹਨਾਂ 5 ਦੇ ਵਿੱਚ ਇਹਦਾ ਨੈਟਵਰਕ ਲਾਰੈਂਸ ਗੈਂਗ ਦਾ ਫੈਲਿਆ ਹੋਇਆ, ਅਤੇ ਭਾਰਤ ਦੇ ਵਿੱਚ 7 ਰਾਜਾਂ ਦੇ ਵਿੱਚ ਉਹਦਾ ਜਿਹੜਾ ਇਹ ਸਾਰਾ ਕਾਲਾ ਧੰਦਾ ਉਹ ਚੱਲ ਰਿਹਾ ਹੈ। ਔਰ ਇਹਦੇ ਵਿੱਚੋਂ ਹੀ ਸਾਰਾ ਪੈਸਾ ਜਿਹੜਾ ਉਹ ਇਸਤੇਮਾਲ ਕਰਕੇ, ਔਰ ਜਿਹੜੇ ਵੱਡੇ ਵੱਡੇ ਕਤਲकांड ਕੀਤੇ ਜਾਂਦੇ ਨੇ ਜਿਨ੍ਹਾਂ ਦੇ ਉੱਤੇ ਪੈਸਾ ਖਰਚ ਕੀਤਾ ਜਾਂਦਾ ਹੈ, ਅਤੇ ਫਿਰ ਇਸ ਤਰ੍ਹਾਂ ਹੀ ਉਹ ਪੈਸਾ ਜਿਹੜਾ ਹੈ ਫਰੌਤੀਆਂ ਰਾਹੀਂ ਇਕੱਠਾ ਕੀਤਾ ਜਾਂਦਾ ਹੈ। ਹੁਣ ਲਾਰੈਂਸ ਬਿਸ਼ਨੋਈ ਨੇ ਇਹ ਇੰਕਸ਼ਾਫ ਕਰ ਦਿੱਤਾ ਹੈ, ਅਤੇ ਇਹ ਸਵਾਲ ਅਸਲ ਦੇ ਵਿੱਚ ਜਿਹੜਾ ਹੈ ਨਾ, ਇਹ ਸਰਕਾਰ ਦਾ ਹੈ। ਸਰਕਾਰ ਨੂੰ ਇਹਦੇ ਬਾਰੇ ਜਵਾਬ ਦੇਣਾ ਚਾਹੀਦਾ, ਜਿਹੜਾ ਅੱਜ ਤੱਕ ਕੋਈ ਜਵਾਬ ਨਹੀਂ ਮਿਲਿਆ। ਬੇਸ਼ੱਕ ਲਾਰੈਂਸ ਬਿਸ਼ਨੋਈ ਕੋਲੋਂ ਦਿੱਲੀ ਪੁਲਿਸ ਦਾ ਵਿਸ਼ੇਸ਼ ਸੈੱਲ ਜਿਹੜਾ ਉਹ ਵੀ ਬੜੀ ਲੰਬੀ ਚੌੜੀ ਜਾਂਚ ਕਰ ਚੁੱਕਾ ਹੈ। ਪੰਜਾਬ ਪੁਲਿਸ 2 ਵਾਰੀ ਰਿਮਾਂਡ ਲੈ ਚੁੱਕੀ ਹੈ ਮਾਨਸਾ ਦੀ ਅਦਾਲਤ ਕੋਲੋਂ। ਹੁਣ ਅੰਮ੍ਰਿਤਸਰ ਦੀ ਅਦਾਲਤ ਤੋਂ ਫਿਰ ਉਸ ਦਾ ਰਿਮਾਂਡ ਲਿਆ ਗਿਆ 8 ਦਿਨ ਦਾ। ਮਤਲਬ ਇੰਨੀ ਲੰਬੀ ਚੌੜੀ ਪੁੱਛਗਿੱਛ ਉਹਦੇ ਕੋਲੋਂ ਕੀਤੀ ਜਾ ਰਹੀ ਹੈ, ਪਰ ਇਹ ਗੱਲ ਜਿਹੜੀ ਆ ਅਜੇ ਤੱਕ ਇਹਦਾ ਭੇਤ ਕਿਉਂ ਨਹੀਂ ਸਾਹਮਣੇ ਆ ਰਿਹਾ ਜਾਂ ਕਿਉਂ ਨਹੀਂ ਖੋਲ੍ਹਿਆ ਜਾ ਰਿਹਾ ਕਿ ਉਸਦੇ ਕੋਲ ਮੋਬਾਈਲ ਕਿੱਥੋਂ ਪਹੁੰਚਦੇ ਨੇ ਅਤੇ ਸਿਮ ਕਿੱਥੋਂ ਪਹੁੰਚਦੇ ਨੇ। ਉਹ ਬਾਹਰੋਂ ਉੱਡ ਕੇ ਤਾਂ ਜਾ ਨਹੀਂ ਸਕਦੇ, ਅਕਸਰ ਉਹਨਾਂ ਨੂੰ ਕੋਈ ਆਦਮੀ ਹੀ ਪਹੁੰਚਾਉਂਦਾ, ਚਾਹੇ ਉਹ ਜੇਲ੍ਹ ਦਾ ਬੰਦਾ ਹੋਵੇ, ਚਾਹੇ ਉਹ ਮੁਲਾਕਾਤ ਕਰਨ ਵਾਲਾ ਆਇਆ ਹੋਵੇ ਬੰਦਾ, ਜਾਂ ਉਹ ਕਿਤੇ ਪੇਸ਼ੀ ਭੁਗਤਣ ਗਿਆ ਜਦੋਂ ਜਾਂਦਾ ਬਾਹਰੋਂ ਉਦੋਂ ਲੈ ਕੇ ਆਉਂਦਾ। ਮਤਲਬ ਕਿਸ ਤਰ੍ਹਾਂ ਇਹ ਪੋਸੀਬਲ ਹੁੰਦਾ ਹੈ, ਕਿਉਂਕਿ ਜੇਲ੍ਹ ਦੇ ਵਿੱਚ ਬੜੇ ਪੁਖਤਾ ਪ੍ਰਬੰਧ ਹੁੰਦੇ ਨੇ। ਜਦੋਂ ਕੋਈ ਬੰਦਾ ਕੈਦੀ ਜਿਹੜਾ ਜੇਲ੍ਹ ਤੋਂ ਬਾਹਰ ਜਾਂਦਾ ਹੈ ਜਾਂ ਜੇਲ੍ਹ ਤੋਂ ਬਾਹਰ ਤੋਂ ਅੰਦਰ ਜੇਲ੍ਹ ਵਿੱਚ ਆਉਂਦਾ ਹੈ, ਅਤੇ ਉਹਦੀ ਐਨ ਪੂਰੀ ਜਾਮਾ ਤਲਾਸ਼ੀ ਲਈ ਜਾਂਦੀ ਹੈ। ਇੱਕ ਇੱਕ ਚੀਜ਼, ਇੱਕ ਇੱਕ ਉਹਦਾ ਜੋ ਵੀ ਉਹਦੇ ਕੋਲ ਲੀੜਾ, ਕੱਪੜਾ, ਵਸਤਰ, ਕੋਈ ਚੀਜ਼ ਹੁੰਦੀ ਹੈ, ਸਭ ਦੀ ਪੂਰੀ ਜਾਂਚ ਪੜਤਾਲ ਕੀਤੀ ਜਾਂਦੀ ਹੈ। ਫਿਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਿਵੇਂ ਲੰਘ ਜਾਂਦੀਆਂ ਨੇ ਜੇਲ੍ਹ ਦੇ ਵਿੱਚ, ਨਸ਼ੇ ਵੀ ਲੰਘ ਜਾਂਦੇ ਨੇ, ਮੋਬਾਈਲ ਵੀ ਲੰਘ ਜਾਂਦੇ ਨੇ। ਹੁਣ ਇਹ ਸਰਕਾਰੀ ਜਿਹੜੀ ਸਾਰੀ ਅਸਫਲਤਾ ਹੈ, ਭਾਵੇਂ ਇਹਨਾਂ ਸਾਰੇ ਕਾਂਡਾਂ ਦਾ ਦੋਸ਼ ਲਾਰੈਂਸ ਬਿਸ਼ਨੋਈ ਦੇ ਸਿਰ ਮੜਿਆ ਜਾਂਦਾ ਹੋਵੇ ਜਾਂ ਉਹਦੇ ਜ਼ਿੰਮੇਵਾਰੀ ਬਣਦੀ ਹੈ ਜਾਂ ਉਹ ਕਹਿੰਦਾ ਕਿ ਮੈਂ ਇਹ ਕੰਮ ਕਰਵਾ ਰਿਹਾ, ਪਰ ਇਹਦੇ ਵਿੱਚ ਕਿਤੇ ਨਾ ਕਿਤੇ ਸਰਕਾਰ ਜਾਂ ਸਾਡਾ ਪ੍ਰਸ਼ਾਸਨ ਜਿਹੜਾ ਹੈ ਉਸ ਦੀ ਅਣਗਹਿਲੀ ਜਾਂ ਉਹਨਾਂ ਦੀ ਢਿੱਲ ਮੱਠ ਜਾਂ ਉਹਦੇ ਵਿੱਚ ਜਿਹੜੀ ਭ੍ਰਿਸ਼ਟ ਲੋਕ ਬੈਠੇ ਨੇ, ਰਿਸ਼ਵਤਖੋਰ ਲੋਕ ਬੈਠੇ ਨੇ, ਇਹਨਾਂ ਚੀਜ਼ਾਂ ਦੀ ਵੀ ਉਹਦੇ ਵਿੱਚ ਜ਼ਿੰਮੇਵਾਰੀ ਹੈ, ਜਿਹਦੇ ਕਰਕੇ ਇਹ ਸਾਰਾ ਨੈਟਵਰਕ ਤਾਣਾ ਬਾਣਾ ਚੱਲ ਰਿਹਾ ਜੀ। ਹਾਂਜੀ ਸੰਧੂ ਸਾਹਿਬ, ਦਿੱਲੀ ਏਅਰਪੋਰਟ ਤੱਕ ਸਿੱਧੀਆਂ ਸਰਕਾਰੀ ਬੱਸਾਂ ਚਲਾਉਣ ਦੇ ਮਾਮਲੇ 'ਤੇ ਪ੍ਰਤਾਪ ਸਿੰਘ ਬਾਜਵਾ ਨੇ ਬੜੀ ਬੁਰੀ ਤਰ੍ਹਾਂ ਘੇਰਿਆ ਜੀ ਆਮ ਆਦਮੀ ਪਾਰਟੀ ਨੂੰ ਅਸੈਂਬਲੀ ਦੇ ਵਿੱਚ। ਉਹ ਕਹਿੰਦੇ ਵੀ ਜਦੋਂ ਸਾਡੀ ਸਰਕਾਰ ਸੀ ਕਾਂਗਰਸ ਦੀ, ਉਦੋਂ ਕਹਿੰਦੇ ਅਸੀਂ 13 ਵਾਰ ਕਹਿੰਦੇ ਅਸੀਂ ਪਹੁੰਚ ਕੀਤੀ ਦਿੱਲੀ ਦੀ ਸਰਕਾਰ ਤੱਕ ਵੀ ਜਿਹੜੀਆਂ ਇਸ ਸਰਕਾਰੀ ਬੱਸਾਂ ਚਲਾਉਣ ਦੀ ਇਜਾਜ਼ਤ ਦੇ ਦਿਓ ਏਅਰਪੋਰਟ ਤੱਕ। ਕਹਿੰਦੇ ਸਾਨੂੰ ਇਹ ਕਿਹਾ ਗਿਆ ਵੀ ਸੁਪਰੀਮ ਕੋਰਟ ਦਾ ਕੋਈ ਫੈਸਲਾ, ਉਹਦੇ ਕਰਕੇ ਬੱਸਾਂ ਨਹੀਂ ਚਲਾਈਆਂ ਜਾ ਸਕਦੀਆਂ। ਉਹ ਕਹਿੰਦੇ ਵੀ ਹੁਣ ਫਿਰ 15 ਜੂਨ ਨੂੰ ਕਿਵੇਂ ਚੱਲ ਗਈਆਂ। ਉਹਨਾਂ ਨੇ ਇਸ ਕਾਰਵਾਈ ਦੀ ਟਾਈਮਿੰਗ ਦੇ ਉੱਤੇ ਸਵਾਲ ਚੁੱਕਿਆ। ਬੜੀ ਦਿਲਚਸਪ ਖਬਰ ਹੈ, ਅਤੇ ਇਹ ਇਹੋ ਜਿਹੀ ਖਬਰ ਹੈ ਜਿਹੜੀ ਇਹ ਭੇਤ ਖੋਲ੍ਹਦੀ ਹੈ ਕਿ ਸਰਕਾਰਾਂ ਜਿਹੜੀਆਂ ਨੇ ਉਹ ਕੰਮ ਕਿਵੇਂ ਕਰਦੀਆਂ ਨੇ।
ਔਰ ਇਹ ਵੀ ਦੱਸਦੀ ਹੈ ਇਹ ਖਬਰ ਕਿ ਸਰਕਾਰਾਂ ਨੂੰ ਜਨਤਾ ਦੀਆਂ ਸਹੂਲਤਾਂ ਨਾਲ, ਸੁੱਖ ਸਹੂਲਤਾਂ ਦੇ ਨਾਲ ਕਿੰਨਾ ਕੁ ਮਤਲਬ ਹੁੰਦਾ ਹੈ। ਸਭ ਤੋਂ ਪਹਿਲਾਂ ਉਹਨਾਂ ਨੂੰ ਆਪਣੀ ਕੁਰਸੀ ਪਿਆਰੀ ਹੁੰਦੀ ਹੈ, ਸਭ ਤੋਂ ਪਹਿਲਾਂ ਉਹਨਾਂ ਨੂੰ ਆਪਣੀ ਹੈਂਕੜ, ਆਪਣੀ ਚੌਧਰ ਪਿਆਰੀ ਹੁੰਦੀ ਹੈ, ਔਰ ਦੂਜੇ ਪਾਰਟੀ ਨੂੰ, ਦੂਜੀ ਜਿਹੜੀ ਸਿਆਸੀ ਪਾਰਟੀ ਹੈ, ਚਾਹੇ ਉਹ ਕੋਈ ਵੀ ਧਿਰ ਹੈ, ਉਹਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਔਰ ਜੇ ਗੇਮ ਤੁਹਾਡੇ ਹੱਥ ਹੋਏ ਜਾਂ ਤਾਂ ਤੁਸੀਂ ਵਿਰੋਧੀ ਪਾਰਟੀਆਂ ਨੂੰ ਕੱਖ ਨਹੀਂ ਸਮਝਦੇ, ਭਾਵੇਂ ਉਹ ਠੀਕ ਹੀ ਹੋਣ। ਜਦੋਂ ਉਹ ਵਿਰੋਧੀ ਪਾਰਟੀਆਂ ਜਿਹੜੀਆਂ ਨੇ ਉਹ ਸਾਹਮਣੇ ਆਉਂਦੀਆਂ ਨੇ ਸੱਤਾਧਾਰੀ ਧਿਰ ਦੇ, ਤਾਂ ਸੱਤਾਧਾਰੀ ਧਿਰ ਜਿਹੜੀ ਆ ਉਹ ਨਾਤੀ ਧੋਤੀ ਹੁੰਦੀ ਹੈ, ਬਿਲਕੁਲ ਠੀਕ ਹੁੰਦੀ ਹੈ ਸਾਰੇ ਮਾਮਲਿਆਂ 'ਚ, ਅਤੇ ਵਿਰੋਧੀ ਪਾਰਟੀਆਂ ਜਿਹੜੀਆਂ ਨੇ ਹਰ ਮਾਮਲੇ 'ਚ ਗਲਤ ਹੁੰਦੀਆਂ ਨੇ। ਉਹੀ ਵਿਰੋਧੀ ਪਾਰਟੀਆਂ ਜਦੋਂ ਸੱਤਾ ਦੇ ਵਿੱਚ ਆ ਜਾਂਦੀਆਂ ਨੇ ਅਤੇ ਫਿਰ ਉਹ ਠੀਕ ਹੋ ਜਾਂਦੀਆਂ, ਨਾਤੀ ਧੋਤੀ ਹੋ ਜਾਂਦੀਆਂ ਨੇ, ਅਤੇ ਦੂਜੀ ਪਾਰਟੀ ਜਿਹੜੀ ਆ ਉਹ ਬਿਲਕੁਲ ਉਹ ਗਲਤ ਹੋ ਜਾਂਦੀਆਂ ਨੇ, ਹਰ ਮਾਮਲੇ 'ਚ ਝੂਠੀਆਂ ਹੋ ਜਾਂਦੀਆਂ ਨੇ। ਮਤਲਬ ਉਹਨਾਂ ਦਾ ਫਿਰ ਉਹਨਾਂ ਦੇ ਪੱਲੇ ਕੱਖ ਨਹੀਂ ਹੁੰਦਾ। ਇਹ ਸਾਰਾ ਕੁਝ ਚੱਲਦਾ ਆਇਆ। ਪਹਿਲਾਂ ਜੇ ਆਪਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੋਂ ਹੀ ਗੱਲ ਕਰੀਏ ਤੇ ਉਹਨਾਂ ਨੇ ਵੀ ਜਿਹੜੀ ਅਕਾਲੀ ਦਲ ਬਾਦਲ ਦੀ ਸਰਕਾਰ ਸੀ ਉਹਦੇ ਕਿੰਨੇ ਫੈਸਲੇ ਪਲਟੇ ਸੀ ਅਤੇ ਕਿੰਨੇ ਫੈਸਲੇ ਬਦਲ ਕੇ ਉਹਨਾਂ ਨੇ ਆਪਣੇ ਹਿੱਤ 'ਚ ਕੀਤੇ ਸੀ। ਇਹ ਦਰਸਾਉਣ ਵਾਸਤੇ ਕਿ ਕਾਂਗਰਸ ਸਰਕਾਰ ਜਿਹੜੀ ਆ ਉਹ ਲੋਕਾਂ ਦੀ ਜ਼ਿਆਦਾ ਹਮਾਇਤੀ ਹੈ, ਹਤੈਸ਼ੀ ਹੈ। ਹੁਣ ਕਾਂਗਰਸ ਸਰਕਾਰ ਜਦੋਂ ਚਲੀ ਗਈ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਉਸਨੇ ਵੀ ਇਹੀ ਕੰਮ ਕੀਤਾ ਕਿ ਅਸੀਂ ਤੁਹਾਡੇ ਹਤੈਸ਼ੀ ਹਾਂ। ਦੱਸਣਾ ਤਾਂ ਉਹ ਇਹ ਚਾਹੁੰਦੇ ਸੀ। ਕੱਲ੍ਹ ਵਿਧਾਨ ਸਭਾ ਦੇ ਵਿੱਚ ਜਦੋਂ ਬਹਿਸ ਹੋਈ ਹੈ ਇਸ ਮਾਮਲੇ ਦੇ ਉੱਤੇ, ਜਿਹੜੀ ਪੰਜਾਬ ਤੋਂ, ਅੰਮ੍ਰਿਤਸਰ ਤੋਂ, ਜਲੰਧਰ ਤੋਂ, ਲੁਧਿਆਣਾ ਤੋਂ, ਪਟਿਆਲਾ ਤੋਂ ਦਿੱਲੀ ਹਵਾਈ ਅੱਡੇ ਵਾਸਤੇ ਜਿਹੜੀ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ ਰੋਡਵੇਜ਼ ਦੀ, ਗੱਲ ਤੇ ਉਹਦੇ 'ਤੇ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕੀਤੀ ਜਾਈ ਕਿ ਦੇਖੋ ਅਸੀਂ ਇਹ ਵਾਅਦਾ ਕੀਤਾ ਸੀ, ਅਸੀਂ ਬੱਸਾਂ ਚਲਾਤੀਆਂ ਨੇ ਸਿੱਧੀਆਂ, ਇੱਥੋਂ ਚਲਾਉਣੀਆਂ ਵੀ ਚਾਹੀਦੀਆਂ ਨੇ। ਬੜੀ ਲੋਕਾਂ ਨੂੰ ਇਹਦੀ ਲੋੜ ਹੈਗੀ ਆ। ਬੜੇ ਸਾਰੇ ਲੋਕ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ, ਪੰਜਾਬ 'ਚੋਂ ਜਾਂਦੇ ਨੇ, ਆਉਂਦੇ ਨੇ, ਉਹਨਾਂ ਨੂੰ ਲੋੜ ਪੈਂਦੀ ਹੈ ਕਿ ਇੱਕ ਵਾਜਬ ਪੈਸਿਆਂ ਵਾਲੀ ਚੰਗੀ ਅਤੇ ਜਿਹੜੀ ਸਹੀ ਸਵਾਰੀ ਹੈ ਉਹ ਉਹਨਾਂ ਨੂੰ ਮਿਲ ਜਾਵੇ। ਇਸ ਤੋਂ ਪਹਿਲਾਂ ਪ੍ਰਾਈਵੇਟ ਕੰਪਨੀ ਜਿਹੜੀ ਹੈ, ਹਾਲਾਂਕਿ ਉਹਨੂੰ ਵੀ ਅਸੀਂ ਪ੍ਰਾਈਵੇਟ ਨਹੀਂ ਕਹਿ ਸਕਦੇ, ਉਹ ਵੀ ਸਰਕਾਰ ਦੇ ਨਾਲ ਸਿੱਧੀ ਸੰਬੰਧਿਤ ਸੀ। ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਨਾਲ ਸੰਬੰਧਿਤ ਸੀ, ਉਹਨਾਂ ਦੇ ਪਰਿਵਾਰ ਨਾਲ ਸੰਬੰਧਿਤ ਸੀ। ਉਹਨਾਂ ਦੀ ਜਿਹੜੀ ਟਰਾਂਸਪੋਰਟ ਕੰਪਨੀ ਇੰਡੋ ਕੈਨੇਡੀਅਨ ਉਹ ਲੈ ਕੇ ਜਾਂਦੀ ਸੀ ਏਅਰਪੋਰਟ ਤੱਕ, ਪਰ ਉਹਨਾਂ ਦਾ ਕਿਰਾਇਆ ਇਹਦੇ ਮੁਕਾਬਲੇ, ਰੋਡਵੇਜ਼ ਦੇ ਮੁਕਾਬਲੇ 3 ਗੁਣਾ ਤੋਂ ਵੀ ਜ਼ਿਆਦਾ ਸੀ। ਔਰ ਫਿਰ ਉਹ ਆਪਣੀ ਮਰਜ਼ੀ ਨਾਲ ਜਾਂਦੇ ਨੇ। ਉਹਨਾਂ ਦੇ ਜਿਹੜੇ ਮੁਲਾਜ਼ਮ ਨੇ ਕਿੱਥੇ ਖਲੋਣਾ ਹੈ, ਕਿੱਥੋਂ ਚੱਲਣਾ, ਕਿੱਥੇ ਆਉਣਾ, ਕਿੱਥੇ ਜਾਣਾ ਹੈ। ਰੋਡਵੇਜ਼ ਜਿਹੜੀ ਆ ਉਹਦਾ ਇੱਕ ਫਿੱਟ ਪੈਟਰਨ ਹੈ ਕਿ ਉਹ ਜਲੰਧਰ ਤੋਂ ਚੱਲੀ ਹੈ ਅਤੇ ਉਹਨੇ 1-2 ਸਟਾਪ ਰਾਹ ਦੇ ਵਿੱਚ ਖੜ੍ਹੇ ਹੋਣਾ ਤਾਂ ਦਿੱਲੀ ਏਅਰਪੋਰਟ ਚਲੀ ਜਾਣਾ। ਕਾਫੀ ਇਹਦੇ ਨਾਲ ਲੋਕਾਂ ਨੂੰ ਸਹੂਲਤ ਮਿਲੀ। ਸੋ ਜਿਹੜੇ ਟਰਾਂਸਪੋਰਟ ਮੰਤਰੀ ਨੇ ਆਮ ਆਦਮੀ ਪਾਰਟੀ ਸਰਕਾਰ ਦੇ, ਲਾਲਜੀਤ ਭੁੱਲਰ, ਉਹਨਾਂ ਨੇ ਇਹ ਗੱਲ ਕੀਤੀ ਅਸੈਂਬਲੀ ਵਿੱਚ ਕਿ ਦੇਖੋ ਅਸੀਂ ਬੱਸਾਂ ਚਲਾ ਦਿੱਤੀਆਂ ਨੇ। ਤਾਂ ਇਹਦੇ ਜਵਾਬ ਵਿੱਚ ਪ੍ਰਤਾਪ ਸਿੰਘ ਬਾਜਵਾ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ, ਉਹਨਾਂ ਨੇ ਇਹ ਕਿਹਾ ਕਿ ਜਦੋਂ ਕਾਂਗਰਸ ਸਰਕਾਰ ਵੇਲੇ ਤੁਹਾਡੇ ਕੋਲੋਂ ਇਜਾਜ਼ਤ ਮੰਗੀ ਸੀ, ਤੁਸੀਂ ਦਿੱਲੀ ਦੀ ਸਰਕਾਰ ਨੇ, ਮਤਲਬ ਉਹਨਾਂ ਦਾ ਕਹਿਣ ਦਾ ਭਾਵ ਸੀ ਕਿ ਉੱਥੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਸੀ, ਦਿੱਲੀ ਦੀ ਸਰਕਾਰ ਨੇ ਉਸ ਦੀ ਇਜਾਜ਼ਤ ਨਹੀਂ ਦਿੱਤੀ, ਤਾਂ 25 ਕਰੋੜ ਰੁਪਏ ਦਾ ਘਾਟਾ ਉਸ ਸਮੇਂ ਦੌਰਾਨ ਹੀ ਪਿਆ ਜਦੋਂ ਤੋਂ ਉਹਦੇ ਵਾਸਤੇ ਅਪਲਾਈ ਕੀਤਾ ਸੀ ਅਤੇ ਇਜਾਜ਼ਤ ਨਹੀਂ ਮਿਲੀ। ਹਾਲਾਂਕਿ ਇਸ ਤੋਂ ਪਹਿਲਾਂ ਵੀ ਇਹ ਬੱਸਾਂ ਚੱਲਦੀਆਂ ਰਹੀਆਂ ਨੇ, ਪੰਜਾਬ ਸਰਕਾਰ ਦੀਆਂ, ਪੰਜਾਬ ਰੋਡਵੇਜ਼ ਦੀਆਂ ਬੱਸਾਂ ਜਿਹੜੀਆਂ ਨੇ ਪਿਛਲੀ ਅਕਾਲੀ ਸਰਕਾਰ ਵੇਲੇ ਚੱਲਦੀਆਂ ਰਹੀਆਂ ਨੇ। ਔਰ ਉਸ ਵੇਲੇ ਇਹਨਾਂ ਬੱਸਾਂ ਨੂੰ ਹਟਾ ਕੇ, ਲਾਂਭੇ ਕਰਕੇ ਇਹਨਾਂ ਦੀ ਥਾਂ ਦੇ ਉੱਤੇ ਪ੍ਰਾਈਵੇਟ ਜਿਹੜੀ ਹੈ ਇੰਡੋ ਕੈਨੇਡੀਅਨ ਬੱਸ ਉਹਨੂੰ ਪ੍ਰਮੋਟ ਕੀਤਾ ਗਿਆ ਸੀ, ਉਤਸ਼ਾਹਿਤ ਕੀਤਾ ਗਿਆ ਸੀ। ਤਾਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜਦੋਂ ਕਾਂਗਰਸ ਸਰਕਾਰ ਨੇ ਇਜਾਜ਼ਤ ਮੰਗੀ ਹੈ ਤਾਂ ਦਿੱਲੀ ਸਰਕਾਰ ਨੇ ਉਸ ਦੀ ਇਜਾਜ਼ਤ ਨਹੀਂ ਦਿੱਤੀ। ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਸੀ ਕਿ ਸਾਡੀ ਸਰਕਾਰ ਵੱਲੋਂ 13 ਵਾਰ ਚਿੱਠੀਆਂ ਲਿਖੀਆਂ ਗਈਆਂ, ਏਅਰਪੋਰਟ ਅਥਾਰਟੀ ਨੂੰ ਵੀ ਚਿੱਠੀ ਲਿਖੀ ਗਈ ਸੀ, ਅਤੇ ਜਿਹੜੇ ਕੇਂਦਰੀ ਹਵਾਬਾਜ਼ੀ ਮੰਤਰੀ ਸੀਗੇ ਜੋਤਿਰਾਦਿੱਤਿਆ ਸਿੰਧੀਆ, ਉਹਨਾਂ ਨੇ ਇਹ ਗੱਲ ਕਹੀ ਕਿ ਸਾਨੂੰ ਕੋਈ ਇਤਰਾਜ਼ ਨਹੀਂ ਹੈ, ਤੁਸੀਂ ਬੱਸਾਂ ਚਲਾਓ, ਸਿਰਫ ਦਿੱਲੀ ਸਰਕਾਰ ਕੋਲੋਂ ਇਜਾਜ਼ਤ ਲੈਣੀ ਪਏਗੀ, ਤੁਸੀਂ ਏਅਰਪੋਰਟ 'ਤੇ ਬੱਸਾਂ ਲੈ ਕੇ ਆਓ, ਸਾਨੂੰ ਇਸ ਚੀਜ਼ ਦਾ ਕੋਈ ਇਤਰਾਜ਼ ਨਹੀਂ। ਉਹਨਾਂ ਨੇ ਇਜਾਜ਼ਤ ਦੇ ਦਿੱਤੀ, ਸੈਂਟਰ ਦੇ ਮਹਿਕਮੇ ਨੇ, ਕੇਂਦਰ ਦੇ ਮਹਿਕਮੇ ਨੇ ਇਜਾਜ਼ਤ ਦੇ ਦਿੱਤੀ, ਪਰ ਦਿੱਲੀ ਸਰਕਾਰ ਨੇ ਇਜਾਜ਼ਤ ਨਹੀਂ ਦਿੱਤੀ। ਇਸ ਕਰਕੇ ਉਹ ਬੱਸਾਂ ਨਹੀਂ ਚੱਲ ਸਕੀਆਂ। ਜਿੱਥੇ 25 ਕਰੋੜ ਰੁਪਏ ਦਾ ਸਿੱਧਾ ਘਾਟਾ ਸਰਕਾਰ ਨੂੰ ਪਿਆ, ਉੱਥੇ ਜਿਹੜੇ ਪੰਜਾਬ ਦੇ ਲੋਕਾਂ ਨੇ ਇਹਨਾਂ ਸਾਲਾਂ ਦੇ ਵਿੱਚ ਸਫ਼ਰ ਕੀਤਾ ਏਅਰਪੋਰਟ ਤੱਕ, 75 ਤੋਂ 80 ਕਰੋੜ ਰੁਪਏ ਦਾ ਨੁਕਸਾਨ ਉਹਨਾਂ ਦਾ ਹੋਇਆ, ਕਿਉਂਕਿ ਉਹਨਾਂ ਨੂੰ ਵੱਧ ਪੈਸੇ ਆਪਣੀ ਜੇਬ ਦੇ ਵਿੱਚੋਂ ਖਰਚ ਕਰਨੇ ਪਏ। ਸੋ ਇਹ ਗੱਲ ਜਿਹੜੀ ਇਸ ਦੇ ਨਾਲ ਸਾਹਮਣੇ ਆਈ ਕਿ ਸਰਕਾਰਾਂ ਜਿਹੜੀਆਂ ਨੇ ਉਹਨਾਂ ਦਾ ਆਪਣਾ ਹੀ ਕੰਮ ਕਰਨ ਦਾ ਤਰੀਕਾ ਹੁੰਦਾ ਹੈ। ਉਹ ਕ੍ਰੈਡਿਟ ਜਿਹੜਾ ਕਾਂਗਰਸ ਸਰਕਾਰ ਨੂੰ ਜਾਣਾ ਸੀ, ਜੇ ਉਸ ਵੇਲੇ ਦਿੱਲੀ ਸਰਕਾਰ ਇਜਾਜ਼ਤ ਦੇ ਦਿੰਦੀ ਅਤੇ ਕਾਂਗਰਸ ਸਰਕਾਰ ਨੂੰ ਉਸ ਦਾ ਲਾਹਾ ਮਿਲ ਸਕਦਾ ਸੀ। ਇਹ ਵੀ ਹੋ ਸਕਦਾ ਕਿ ਉਸਨੂੰ 1-2 ਸੀਟਾਂ ਹੋਰ ਮਿਲ ਜਾਂਦੀਆਂ ਪੰਜਾਬ ਦੇ ਵਿੱਚੋਂ, ਪਰ ਇਹ ਅਜਿਹਾ ਕਰਕੇ ਉਸ ਦਾ ਰਸਤਾ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ। ਹੁਣ ਕਈ ਸਾਰੇ ਮਾਮਲੇ ਨੇ ਜਿਹੜੇ ਅੱਜ, ਕਿਉਂਕਿ ਜਿਹੜਾ ਸੈਸ਼ਨ ਚੱਲ ਰਿਹਾ ਵਿਧਾਨ ਸਭਾ ਦਾ,
ਵਾਸੂ ਜੀ ਉਹਦਾ ਆਖਰੀ ਦਿਨ ਹੈ ਜੀ। ਔਰ ਆਖਰੀ ਦਿਨ ਦੇ ਵਿੱਚ ਅੱਜ ਉਹਦੇ ਏਜੰਡੇ ਦੇ ਉੱਤੇ ਕੁਝ ਚੀਜ਼ਾਂ ਜਿਹੜੀਆਂ ਉਹਨਾਂ ਨੇ ਰੱਖੀਆਂ ਹੋਈਆਂ। ਇਸ ਤੋਂ ਇਲਾਵਾ ਕਿ ਇੱਕ ਅਗਨੀ ਪੱਥ ਜਿਹੜੀ ਯੋਜਨਾ ਹੈ ਕੇਂਦਰ ਸਰਕਾਰ ਦੀ, ਉਹਦੇ ਵਿਰੋਧ ਵਿੱਚ ਮਤਾ ਲਿਆਂਦਾ ਜਾਣਾ ਹੈ ਜੀ। ਇਹ ਮਾਮਲਾ ਵੀ ਪ੍ਰਤਾਪ ਸਿੰਘ ਬਾਜਵਾ ਨੇ ਉਠਾਇਆ ਸੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਠੀਕ ਹੈ ਜੀ, ਅਸੀਂ ਅਸੈਂਬਲੀ ਦੇ ਵਿੱਚ ਇਹਦੇ ਖਿਲਾਫ ਮਤਾ ਲਿਆਵਾਂਗੇ। ਨਾਲ ਇਹ ਵੀ ਗੱਲ ਕੀਤੀ ਗਈ ਕਿ ਜਿਹੜਾ ਸਿੱਧੂ ਮੂਸੇਵਾਲਾ ਦਾ ਗੀਤ ਹੈ SYL, ਉਹਦੇ ਉੱਤੇ ਜਿਹੜੀ ਪਾਬੰਦੀ ਲਾਈ ਗਈ ਹੈ ਔਰ ਕਿਸਾਨਾਂ ਦੇ ਟਵਿੱਟਰ ਅਕਾਊਂਟਾਂ ਦੇ ਉੱਤੇ ਪਾਬੰਦੀ ਲਾਈ ਗਈ ਹੈ, ਉਹਨਾਂ ਨੂੰ ਵੀ ਇਸ ਪ੍ਰਸਤਾਵ ਦੇ ਵਿੱਚ ਸ਼ਾਮਲ ਕਰਨ ਵਾਸਤੇ ਸਰਕਾਰ ਨੇ ਸਹਿਮਤੀ ਦਿੱਤੀ ਹੈ। ਹੁਣ ਉਹ ਇਹਦੇ ਵਿੱਚ ਕਰਦੇ ਆ, ਸਹਿਮਤੀ ਦਿੰਦੇ ਆ ਕਿ ਨਹੀਂ ਦਿੰਦੇ। ਹਾਲਾਂਕਿ ਇਹ ਵੀ ਗੱਲ ਆ ਕਿ ਜੇ ਮਤਾ ਪਾਸ ਕਰ ਦਿੱਤਾ ਜਾਂਦਾ ਵਿਧਾਨ ਸਭਾ ਦੇ ਵਿੱਚ ਤਾਂ ਉਹਦਾ ਕੋਈ ਬਹੁਤ ਵੱਡਾ ਅਸਰ ਜਿਹੜਾ ਕੇਂਦਰ ਸਰਕਾਰ ਦੇ ਉੱਤੇ ਪੈਣ ਵਾਲਾ ਨਹੀਂ, ਨਾ ਉਸ ਦੀ ਯੋਜਨਾ ਦੇ ਉੱਤੇ ਪੈਣ ਵਾਲਾ ਹੈ, ਕਿਉਂਕਿ ਉਹ ਯੋਜਨਾ ਨੂੰ ਆਲਰੇਡੀ ਗਰਾਊਂਡ ਦੇ ਵਿੱਚ ਉਤਾਰ ਚੁੱਕੇ ਨੇ। ਉਹਦੇ ਅਧੀਨ ਸਾਰਾ ਪ੍ਰੋਸੈਸ, ਕਾਰਵਾਈ ਜਿਹੜੀ ਹੈ ਉਹ ਵੀ ਸ਼ੁਰੂ ਹੋ ਚੁੱਕੀ ਹੈ। ਹਾਲਾਂਕਿ ਦੇਸ਼ ਭਰ ਦੇ ਵਿੱਚ ਇਹਦੇ ਖਿਲਾਫ ਵਿਰੋਧ ਹੋ ਰਿਹਾ। ਹੁਣ ਜਿਹੜੀਆਂ ਨੌਜਵਾਨਾਂ ਦੀਆਂ ਜਥੇਬੰਦੀਆਂ ਨੇ ਉਹ ਵੀ ਇਸ ਦਾ ਵਿਰੋਧ ਕਰ ਰਹੀਆਂ ਨੇ ਵੱਡੇ ਪੱਧਰ ਦੇ ਉੱਤੇ। ਅੱਜ ਵੀ ਉਹਨਾਂ ਵੱਲੋਂ ਕੋਈ ਪ੍ਰੋਗਰਾਮ ਉਲੀਕਿਆ ਗਿਆ। ਆਉਣ ਵਾਲੇ ਦਿਨਾਂ ਦੇ ਵਿੱਚ ਵੀ ਉਹਨਾਂ ਨੇ ਅੰਦੋਲਨ ਛੇੜਨ ਦੀ ਚੇਤਾਵਨੀ ਦਿੱਤੀ ਹੈ। ਸੰਯੁਕਤ ਕਿਸਾਨ ਮੋਰਚੇ ਨੇ ਵੀ ਇਹਦੇ ਖਿਲਾਫ ਅੰਦੋਲਨ ਚਲਾਉਣ ਦੀ ਚੇਤਾਵਨੀ ਜਿਹੜੀ ਹੈ ਉਹ ਦਿੱਤੀ ਹੈ। ਪਰ ਫਿਰ ਵੀ ਸਰਕਾਰ ਇੱਕ ਇਸ ਤਰ੍ਹਾਂ ਦਾ ਪ੍ਰਗਟਾਵਾ ਜ਼ਰੂਰ ਕਰ ਸਕੇਗੀ, ਭਗਵੰਤ ਮਾਨ ਦੀ ਸਰਕਾਰ, ਕਿ ਉਹ ਇਹਨਾਂ ਯੋਜਨਾਵਾਂ ਦੇ ਖਿਲਾਫ ਨੇ ਅਤੇ ਜਿਸ ਤਰ੍ਹਾਂ ਲੋਕਾਂ ਦੇ ਬੋਲਣ ਉੱਤੇ, ਗਾਉਣ ਉੱਤੇ, ਟਵਿੱਟਰ ਅਕਾਊਂਟ ਚਲਾਉਣ ਉੱਤੇ ਪਾਬੰਦੀ ਲਾਈ ਗਈ ਹੈ ਉਹ ਵੀ ਗਲਤ ਹੈ। ਇਸ ਚੀਜ਼ ਦਾ ਪ੍ਰਗਟਾਵਾ ਵੀ ਅੱਜ ਅਸੈਂਬਲੀ ਵਿੱਚ ਕੀਤਾ ਜਾਏਗਾ। ਜੀ ਸੰਧੂ ਸਾਹਿਬ, ਪੰਜਾਬ ਦੇ ਮਾਈਨਿੰਗ ਮਿਨਿਸਟਰ ਹਰਜੋਤ ਸਿੰਘ ਬੈਂਸ ਨੇ ਫਲੋਰ ਤੇ ਖੜ ਕੇ ਅਸੈਂਬਲੀ 'ਚ ਇਹ ਕਿਹਾ, ਕਹਿੰਦੇ ਵੀ ਪਿਛਲੇ 20 ਸਾਲਾਂ ਦੇ ਵਿੱਚ ਜਿਹੜੀ ਇਲੀਗਲ ਮਾਈਨਿੰਗ ਹੋਈ ਹੈ ਪੰਜਾਬ ਵਿੱਚ, ਉਹਦੇ ਕਰਕੇ 40,000 ਕਰੋੜ ਰੁਪਏ ਦਾ ਨੁਕਸਾਨ ਹੋਇਆ। ਹਰਜੋਤ ਬੈਂਸ ਹੋਰਾਂ ਦੀ ਗੱਲ ਜਿਹੜੀ ਹੈ ਉਹ ਠੀਕ ਲੱਗਦੀ ਹੈ, ਪਰ ਇੱਕ ਗੱਲ ਤਾਂ ਹਰਜੋਤ ਬੈਂਸ ਹੋਰਾਂ ਨੂੰ ਇਹ ਕਲੀਅਰ ਕਰਨੀ ਚਾਹੀਦੀ ਸੀ ਕਿ ਹੁਣ ਅੱਜ ਉਹਦੇ ਵਿੱਚ ਕੋਈ ਘਾੜਾ ਮਾੜਾ ਨਹੀਂ ਹੋ ਰਿਹਾ। ਪਹਿਲੀ ਗੱਲ ਤਾਂ ਇਹ ਆ, ਕਿਉਂਕਿ ਗੱਲ ਇੱਥੋਂ ਸ਼ੁਰੂ ਹੋਣੀ ਚਾਹੀਦੀ ਸੀ। ਹੁਣ ਇਸ ਕਾਰੋਬਾਰ ਨੂੰ ਬਿਲਕੁਲ ਨੀਟ ਐਂਡ ਕਲੀਨ ਕਰਕੇ ਦਿਖਾਇਆ ਜਾਂਦਾ ਕਿ ਦੇਖੋ ਇਹ ਬਿਲਕੁਲ ਨੀਟ ਐਂਡ ਕਲੀਨ ਹੈ। ਕਾਂਗਰਸ ਦੇ ਰਾਜ ਵੇਲੇ ਜੋ ਰੇਤ ਦਾ ਰੇਟ ਚੱਲ ਰਿਹਾ ਸੀ ਉਹਦੇ ਨਾਲੋਂ 3 ਮਹੀਨਿਆਂ ਦੇ ਵਿੱਚ ਰੇਟ ਜਿਹੜਾ ਉਹ ਡਬਲ ਤੋਂ ਵੀ ਜ਼ਿਆਦਾ ਹੋ ਗਿਆ। ਇਹ ਡਬਲ ਤੋਂ ਜ਼ਿਆਦਾ ਕਿਉਂ ਹੋ ਗਿਆ? ਹੁਣ ਰੇਤ ਕਿਤੇ ਬਾਹਰਲੇ ਦੇਸ਼ਾਂ 'ਚੋਂ ਆਉਣ ਲੱਗ ਪਈ ਹੈ। ਰੇਤ ਤਾਂ ਉਹੀ ਹੈ ਜਿਹੜੀ ਇੱਥੇ ਦੀ ਪਹਿਲਾਂ ਵੀ ਇੱਥੇ ਹੀ ਵਿਕਦੀ ਸੀ। 3 ਮਹੀਨਿਆਂ ਦੇ ਵਿੱਚ ਤਾਂ ਕੋਈ ਪ੍ਰਾਈਸ ਇੰਡੈਕਸ ਜਿਹੜਾ ਉਹ ਵੀ ਇੰਨਾ ਉੱਪਰ ਨਹੀਂ ਚਲਾ ਗਿਆ। ਮਹਿੰਗਾਈ ਦੀ ਦਰ ਵੀ ਇੰਨੀ ਜ਼ਿਆਦਾ ਨਹੀਂ ਵੱਧ ਗਈ। ਹੋਰ ਵੀ ਸਾਰਾ ਕੁਝ ਜਿਹੜਾ ਉਹ ਇਸ ਸਪੀਡ ਨਾਲ ਨਹੀਂ ਵਧਿਆ ਜਿੰਨਾ ਇਕੱਲਾ ਰੇਤ ਦੀ ਕੀਮਤ ਜਿਹੜੀ ਆ ਉਹ ਵੱਧ ਗਈ ਹੈ। ਅੱਜ ਵੀ ਜਿਹੜੀਆਂ ਜਾਇਜ਼ ਜਿਹੜੀਆਂ ਖੱਡਾਂ ਨੇ ਉਹਨਾਂ ਤੋਂ ਰੇਤਾ ਘੱਟ ਚੁੱਕੀ ਜਾ ਰਹੀ ਹੈ ਅਤੇ ਨਜਾਇਜ਼ ਖੱਡਾਂ ਜਿਹੜੀਆਂ ਨੇ ਉਹਨਾਂ ਤੋਂ ਜ਼ਿਆਦਾ ਚੁੱਕੀ ਜਾ ਰਹੀ ਹੈ। ਉਹਨਾਂ ਵੱਲ ਸਿਰਫ ਉਂਗਲਾਂ ਕੀਤੀਆਂ ਜਾ ਰਹੀਆਂ ਨੇ, ਪਰ ਉੱਥੇ ਕੁਝ ਨਹੀਂ ਹੋ ਰਿਹਾ। ਫਿਲਹਾਲ ਹਰਜੋਤ ਬੈਂਸ ਹੋਰਾਂ ਨੇ ਪਿਛਲੀਆਂ ਸਰਕਾਰਾਂ ਦੀ ਗੱਲ ਜਿਹੜੀ ਆ ਉਹ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਗੱਲ ਉਹ ਵੀ ਠੀਕ ਹੈ ਕਿ ਜਦੋਂ 10 ਸਾਲ ਲਗਾਤਾਰ ਅਕਾਲੀ ਦਲ ਦਾ ਅਤੇ ਭਾਰਤੀ ਜਨਤਾ ਪਾਰਟੀ ਦਾ ਰਾਜ ਰਿਹਾ, ਉਦੋਂ ਵੀ ਪੂਰੀ ਤਸੱਲੀ ਦੇ ਨਾਲ ਇਹਦੀ ਲੁੱਟ ਕੀਤੀ ਗਈ। 2007 ਦੇ ਵਿੱਚ ਜਿਹੜਾ ਮਾਈਨਿੰਗ ਦਾ ਰੈਵਨਿਊ ਹੈ ਇਹ ਸਿਰਫ 13 ਕਰੋੜ ਰੁਪਇਆ ਦੱਸਿਆ ਗਿਆ ਹੈ, ਜਦੋਂ ਕਿ 2017 ਤੱਕ ਪੂਰੇ 10 ਸਾਲਾਂ ਬਾਅਦ ਇਹ ਸਿਰਫ 42 ਕਰੋੜ ਤੱਕ ਹੀ ਇਹਦੇ ਵਿੱਚ ਵਾਧਾ ਹੋਇਆ। 13 ਕਰੋੜ ਤੋਂ 42 ਕਰੋੜ ਤੱਕ, ਅਤੇ 2122 ਆਉਣ ਤੱਕ ਇਹ ਜਿਹੜਾ ਹੈਗਾ ਪਰ ਈਅਰ 140 ਕਰੋੜ ਰੁਪਏ ਤੱਕ ਦਾ ਹੀ ਹੈ ਇਹਦੇ ਵਿੱਚ ਮਾਈਨਿੰਗ ਦਾ ਜਿਹੜਾ ਕਾਰੋਬਾਰ ਹੈ। ਹੁਣ ਮੰਤਰੀ ਨੇ ਇਹ ਦੱਸਿਆ ਕਿ 20 ਸਾਲਾਂ ਦੇ ਵਿੱਚ 40,000 ਕਰੋੜ ਰੁਪਏ ਦੀ ਲੁੱਟ ਜਿਹੜੀ ਆ ਉਹ ਕੀਤੀ ਗਈ ਹੈ। ਜਿਹੜਾ ਸਰਕਾਰ ਨੂੰ ਰੈਵਨਿਊ ਪ੍ਰਾਪਤ ਹੋਇਆ ਹੈ ਉਹ ਇਹਦੇ ਮੁਕਾਬਲੇ ਦੇ ਵਿੱਚ ਬਹੁਤ ਘੱਟ ਹੈ, ਅਤੇ ਜਿਹੜੀ ਲੁੱਟਮਾਰ ਕੀਤੀ ਗਈ ਹੈ ਉਹ ਬਹੁਤ ਜ਼ਿਆਦਾ ਹੈ। ਪਿਛਲੇ 5 ਸਾਲਾਂ ਦੇ ਵਿੱਚ ਹੀ ਦੱਸਿਆ ਕਿ 10,000 ਕਰੋੜ ਰੁਪਏ ਦਾ ਰਗੜਾ ਲੱਗਾ ਹੈ, ਜਦੋਂ ਕਿ 1,000 ਕਰੋੜ ਰੁਪਏ ਦੀ ਆਮਦਨ ਜਿਹੜੀ ਹੈ ਉਹ ਹੋਈ ਹੈ। ਮਤਲਬ ਇਹ ਸਾਰੀ ਗੱਲ ਜਿਹੜੀ ਹੈ ਇਹ ਕਾਂਗਰਸ ਸਰਕਾਰ ਨੇ ਕੀਤੀ ਹੈ ਜਾਂ ਅਕਾਲੀ ਦਲ ਦੀ ਸਰਕਾਰ ਨੇ ਕੀਤੀ ਹੈ। ਅੱਜ ਜਿਹੜੀ ਕਮਾਂਡ ਹੈ ਉਹ ਆਮ ਆਦਮੀ ਪਾਰਟੀ ਦੇ ਹੱਥ ਵਿੱਚ ਹੈ। ਜਿਹੜੀਆਂ ਪਿਛਲੀਆਂ ਖਾਮੀਆਂ ਨੇ, ਕਮੀਆਂ ਨੇ, ਜਾਂ ਜਿਹੜਾ ਪਿੱਛੇ ਜਿੱਥੇ ਗੜਬੜ ਹੋਈ ਹੈ, ਚਾਹੇ ਉਹ ਜੰਗਲਾਤ ਮਹਿਕਮੇ 'ਚ ਹੋਈ ਹੈ, ਚਾਹੇ ਰੇਤ ਮਹਿਕਮੇ 'ਚ ਹੋਈ ਹੈ, ਚਾਹੇ ਕਿਸੇ ਹੋਰ ਮਾਮਲੇ 'ਚ ਹੋਈ ਹੈ, ਉਸ ਨੂੰ ਸਾਹਮਣੇ ਲਿਆਉਣਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕੰਮ ਹੈ। ਤਾਂ ਉਹਦੇ ਤੋਂ ਵੱਡਾ ਕੰਮ ਆਮ ਆਦਮੀ ਪਾਰਟੀ ਸਰਕਾਰ ਦਾ ਇਹ ਆ ਕਿ ਅੱਜ ਉਹਨਾਂ ਦੇ ਰਾਜ ਵਿੱਚ ਇਸ ਤਰ੍ਹਾਂ ਦਾ ਕੋਈ ਵੀ ਜਿਹੜਾ ਕਾਲਾ ਮਾੜਾ ਨਾ ਹੋਵੇ। ਇਸ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਤਾਂ ਕਿ ਲੋਕਾਂ ਨੂੰ ਕੁਛ ਸੁੱਖ ਸਹੂਲਤ ਮਿਲ ਸਕੇ ਅਤੇ ਉਹ ਕਹਿਣ ਹਾਂ ਜੀ ਠੀਕ ਹੈ, ਹੁਣ ਇਸ ਮੌਕੇ 'ਤੇ ਸਾਨੂੰ ਸਾਰੀ ਚੀਜ਼ ਜਿਹੜੀ ਆ ਉਹ ਵਾਜਬ ਰੇਟ 'ਤੇ ਮਿਲ ਰਹੀ ਹੈ। ਅਤੇ ਸੰਧੂ ਸਾਹਿਬ, ਉਦੈਪੁਰ ਦੇ ਵਿੱਚ ਜਿਹੜਾ ਦਰਜੀ ਦਾ ਕਤਲ ਹੋਇਆ, ਹੁਣ ਉਹਦੇ ਕਾਤਲਾਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ ਜੀ। ਇਹ ਬੜਾ ਭਿਆਨਕ ਕਤਲ ਹੋਇਆ ਵਾਸੂ ਜੀ। ਬਹੁਤ ਜ਼ਿਆਦਾ ਰੇਅਰ ਜਿਹੜਾ ਹੈ, ਰੇਅਰੈਸਟ ਆਫ ਦਾ ਰੇਅਰ ਕੇਸ ਕਿਹਾ ਗਿਆ ਇਹਨੂੰ, ਰੇਅਰੈਸਟ ਆਫ ਦਾ ਰੇਅਰ। ਇਹੋ ਜਿਹਾ ਕਦੀ ਹੋਇਆ ਨਹੀਂ। ਇਹ ਬੜਾ ਇੱਕ
ਅਜੀਬੋ ਗਰੀਬ ਕਿਸਮ ਦਾ ਮਾਮਲਾ, ਆਪਣੀ ਕਿਸਮ ਦਾ ਇਹ ਪਹਿਲਾ ਮਾਮਲਾ ਹੈ ਜਿਹੜਾ ਇਸ ਤਰ੍ਹਾਂ ਹੋਇਆ ਹੈ। ਔਰ ਇਹਦੇ ਵਿੱਚ ਆਪਾਂ ਸੰਖੇਪ ਵਿੱਚ ਗੱਲ ਕਰਦੇ ਹਾਂ ਕਿ ਮਾਮਲਾ ਸਿਰਫ ਇੱਥੋਂ ਹੋਇਆ ਕਿ ਜਿਹੜੇ ਭਾਰਤੀ ਜਨਤਾ ਪਾਰਟੀ ਦੀ ਸਪੋਕਸ ਪਰਸਨ ਸੀ ਨੂਪੁਰ ਸ਼ਰਮਾ, ਉਹਨਾਂ ਨੇ ਜਿਹੜੇ ਇਸਲਾਮ ਦੇ ਬਾਨੀ ਨੇ ਮੁਹੰਮਦ ਸਾਹਿਬ, ਉਹਨਾਂ ਦੇ ਸੰਬੰਧ ਵਿੱਚ ਕੁਝ ਟਿੱਪਣੀ ਜਿਹੜੀ ਉਹ ਕਰ ਦਿੱਤੀ, ਜਿਹੜੀ ਬਹੁਤ ਸਾਰੇ ਲੋਕਾਂ ਨੂੰ ਮਾਫਕ ਨਹੀਂ ਬੈਠੀ ਜਾਂ ਆਪਾਂ ਨੂੰ ਸਮਝਦੇ ਕਿ ਉਹਨਾਂ ਨੂੰ ਪਸੰਦ ਨਹੀਂ ਆਈ। ਉਹਨਾਂ ਨੇ ਇਸ ਦਾ ਤਿੱਖਾ ਵਿਰੋਧ ਕੀਤਾ। ਬਾਹਰਲੇ ਦੇਸ਼ਾਂ ਦੇ ਵਿੱਚ ਵੀ ਇਹਦਾ ਤਿੱਖਾ ਵਿਰੋਧ ਹੋਇਆ ਅਤੇ ਕਈ ਲੋਕਾਂ ਨੇ ਇਹ ਵੀ ਕਿਹਾ ਕਿ ਇਹ ਗੱਲ ਜਿਹੜੀ ਹੈ ਉਹ ਠੀਕ ਹੈਗੀ ਹੈ। ਕੁਛ ਲੋਕ ਨੂਪੁਰ ਦੇ ਹੱਕ ਵਿੱਚ ਵੀ ਭੁਗਤੇ। ਹੁਣ ਇਹ ਜਿਹੜਾ ਦਰਜੀ ਹੈ ਉਦੈਪੁਰ ਦਾ, ਉਸਨੇ ਸਿਰਫ ਇਹ ਕੰਮ ਕੀਤਾ ਕਿ ਜਦੋਂ ਨੂਪੁਰ ਨੂੰ ਭਾਰਤੀ ਜਨਤਾ ਪਾਰਟੀ ਦੀ, ਕਿਉਂਕਿ ਸਪੋਕਸ ਪਰਸਨ ਸੀ, ਜਦੋਂ ਬਹੁਤ ਜ਼ਿਆਦਾ ਵਿਰੋਧ ਹੋਇਆ ਉਹਦਾ ਕੌਮਾਂਤਰੀ ਪੱਧਰ ਦੇ ਉੱਤੇ, ਅਤੇ ਉਸ ਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਗਿਆ ਕਿ ਇਸ ਤਰ੍ਹਾਂ ਦਾ ਕੰਟਰੋਵਰਸ਼ੀਅਲ ਬਿਆਨ ਦੇਣ ਦੀ ਪਹਿਲੀ ਗੱਲ ਤਾਂ ਲੋੜ ਹੀ ਕੋਈ ਨਹੀਂ ਸੀ, ਜਿਹਦੇ ਨਾਲ ਨਾ ਕੁਛ ਦੇਸ਼ ਦਾ ਸੌਰਦਾ ਹੈ, ਨਾ ਕੁਛ ਭਲਾ ਹੁੰਦਾ ਹੈ, ਉਲਟਾ ਉਹਦੇ ਨਾਲ ਨੁਕਸਾਨ ਹੀ ਹੁੰਦਾ ਹੈ। ਅਤੇ ਇਹੋ ਜਿਹਾ ਬਿਆਨ ਦੇਣ ਦੀ ਕੀ ਲੋੜ ਹੈ? ਬਿਆਨ ਦੇਣ ਦੇ ਹੋਰ ਵੀ ਬੜੇ ਢੰਗ ਤਰੀਕੇ ਨੇ। ਉਹਨੂੰ ਉਸ ਸੱਭਿਆ ਭਾਸ਼ਾ ਦੇ ਵਿੱਚ ਸੱਭਿਆ ਢੰਗ ਦੇ ਨਾਲ ਔਰ ਪੋਜ਼ੀਟਿਵ ਅਪਰੋਚ ਦੇ ਨਾਲ ਬਿਆਨਬਾਜ਼ੀ ਜਿਹੜੀ ਹੈ ਉਹ ਕਰਨੀ ਚਾਹੀਦੀ ਹੈ, ਸੱਤਾਧਾਰੀਆਂ ਨੂੰ, ਸਿਆਸੀ ਨੇਤਾਵਾਂ ਨੂੰ, ਵਿਰੋਧੀਆਂ ਨੂੰ, ਸਾਰਿਆਂ ਨੂੰ। ਪਰ ਜਦੋਂ ਉਸ ਨੂੰ ਭਾਰਤੀ ਜਨਤਾ ਪਾਰਟੀ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਤਾਂ ਇਸ ਦਰਜੀ ਨੇ ਆਪਣੇ ਇੱਕ ਪੋਸਟ ਜਿਹੜੀ ਹੈ ਸੋਸ਼ਲ ਮੀਡੀਆ ਦੇ ਉੱਤੇ ਉਹਦੇ ਹੱਕ ਵਿੱਚ ਪਾਈ ਕਿ ਮੈਂ ਉਹਦੀ ਹਮਾਇਤ ਕਰਦਾ ਹਾਂ। ਬਾਅਦ ਵਿੱਚ ਇਸ ਨੂੰ ਗ੍ਰਿਫਤਾਰ ਵੀ ਕੀਤਾ ਗਿਆ। ਗ੍ਰਿਫਤਾਰੀ ਦੌਰਾਨ ਉਹਨੇ ਇਹ ਵੀ ਦੱਸਿਆ ਕਿ ਪੋਸਟ ਮੈਂ ਨਹੀਂ ਸੀ ਪਾਈ, ਮੇਰੇ 8 ਸਾਲ ਦੇ ਬੱਚੇ ਨੇ ਪਾ ਦਿੱਤੀ ਸੀ। ਇਹ ਵੀ ਬੜੀ ਅਜੀਬ ਗੱਲ ਹੈ ਕਿ 8 ਸਾਲ ਦੇ ਬੱਚੇ ਨੇ ਪੋਸਟ ਕਿਵੇਂ ਪਾਤੀ। ਖੈਰ, ਉਸ ਤੋਂ ਬਾਅਦ ਜਦੋਂ ਉਹ ਬਾਹਰ ਆਇਆ, ਗ੍ਰਿਫਤਾਰੀ ਤੋਂ ਮੁਕਤ ਹੋਇਆ, ਰਿਹਾ ਹੋਇਆ, ਜ਼ਮਾਨਤ ਹੋ ਗਈ ਉਸਦੀ, ਅਤੇ ਉਸ ਨੂੰ ਫਿਰ ਧਮਕੀਆਂ ਮਿਲਣ ਲੱਗ ਪਈਆਂ, ਕਿਉਂਕਿ ਜਦੋਂ ਗ੍ਰਿਫਤਾਰ ਕੀਤਾ ਗਿਆ ਅਤੇ ਨੂਪੁਰ ਸ਼ਰਮਾ ਦੇ ਨਾਲ ਉਹਦਾ ਨਾਂ ਜੁੜਿਆ ਤਾਂ ਉਹ ਉਹਨਾਂ ਲੋਕਾਂ ਦੀ ਨਜ਼ਰ ਵਿੱਚ ਆ ਗਿਆ ਜਿਹੜੇ ਅਸਲ ਵਿੱਚ ਤਾਂ ਨੂਪੁਰ ਸ਼ਰਮਾ ਨੂੰ ਲੱਭਦੇ ਫਿਰਦੇ ਸੀ ਜਾਂ ਉਹਨੂੰ ਮਾਰਨਾ ਚਾਹੁੰਦੇ ਸੀ, ਪਰ ਉਹ ਉਹਨਾਂ ਦੇ ਵੱਸ ਤੋਂ ਬਾਹਰ ਦੀ ਗੱਲ ਸੀ। ਇਸ ਕਰਕੇ ਇਹ ਈਜ਼ੀ ਟਾਰਗੇਟ ਸੀ, ਇਹ ਸੌਖਾ ਟਾਰਗੇਟ ਸੀ, ਇਹ ਉਹਨਾਂ ਦੇ ਨਿਸ਼ਾਨੇ ਦੇ ਉੱਤੇ ਆ ਗਿਆ। ਉਹਨਾਂ ਨੇ ਪਹਿਲਾਂ ਸੋਸ਼ਲ ਮੀਡੀਆ ਉੱਤੇ ਬਕਾਇਦਾ ਪੋਸਟ ਪਾਈ ਹੈ ਕਿ ਤੈਨੂੰ ਖਤਮ ਕਰ ਦਿੱਤਾ ਜਾਏਗਾ, ਤੇਰਾ ਸਿਰ ਕਲਮ ਕਰ ਦਿੱਤਾ ਜਾਏਗਾ। ਇਹ ਪੋਸਟ ਪਾਈ ਹੈ। ਉਸਨੇ ਸੁਰੱਖਿਆ ਵੀ ਮੰਗੀ ਹੈ ਪੁਲਿਸ ਦੇ ਕੋਲੋਂ, ਉਸ ਨੂੰ ਕੋਈ ਸੁਰੱਖਿਆ ਨਹੀਂ ਮਿਲੀ। ਜਿਸ ਦਿਨ ਇਹ ਕਾਂਡ ਹੋਇਆ ਉਸ ਦਿਨ ਉਹ ਇਕੱਲਾ ਹੀ ਆਪਣੀ ਦੁਕਾਨ ਦੇ ਵਿੱਚ ਬੈਠਾ ਸੀ ਅਤੇ 2 ਜਿਹੜੇ ਸੰਬੰਧਿਤ ਵਿਅਕਤੀ ਨੇ ਜਿਨ੍ਹਾਂ ਨੇ ਉਸ ਨੂੰ ਮਾਰਿਆ, ਉਹਦੀ ਦੁਕਾਨ ਵਿੱਚ ਆਏ ਉਹ, ਅਤੇ ਉਹਨਾਂ ਨੇ ਆ ਕੇ ਉਹਦਾ ਕਤਲ ਵੀ ਕੀਤਾ। ਫਿਰ ਉਸ ਦੀ ਫਿਰ ਵੀਡੀਓ ਬਣਾਈ ਔਰ ਉਹ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕੀਤੀ। ਹਾਲਾਂਕਿ ਉਹ ਫੜੇ ਗਏ ਉਸੇ ਦਿਨ ਹੀ। ਉਦੈਪੁਰ ਤੋਂ ਥੋੜ੍ਹਾ ਬਾਹਰ 100-150 ਕਿਲੋਮੀਟਰ ਦੂਰ ਜਾ ਕੇ ਪੁਲਿਸ ਨੇ ਉਹਨਾਂ ਨੂੰ ਜਿਹੜਾ ਹੈ ਉਹ ਟਰੈਪ ਲਾ ਕੇ ਫੜੇ ਗਏ। ਉਹਨਾਂ ਕੋਲ ਹੁਣ NIA ਪੁੱਛਗਿੱਛ ਕਰ ਰਹੀ ਹੈ, ਕਿਉਂਕਿ ਉਹਨਾਂ ਦਾ ISIS ਨਾਲ ਵੀ ਸੰਬੰਧ ਜਿਹੜਾ ਉਹ ਸਾਬਤ ਹੋ ਰਿਹਾ ਹੈ। ਪਾਕਿਸਤਾਨ ਦੀ ਇੱਕ ਜਥੇਬੰਦੀ ਨਾਲ ਵੀ ਉਹਨਾਂ ਦਾ ਸੰਬੰਧ ਸਥਾਪਿਤ ਹੋ ਰਿਹਾ ਹੈ। ਪਰ ਸਵਾਲ ਜਿਹੜਾ ਉਹ ਇਹ ਆ ਕਿ ਇਸ ਤਰ੍ਹਾਂ ਸ਼ਰੇਆਮ ਕੋਈ ਆਦਮੀ ਕਾਰੋਬਾਰੀ ਕੰਮ ਕਰ ਰਿਹਾ, ਕੁਛ ਕਰ ਰਿਹਾ ਹੈ, ਅਤੇ ਇੰਨਾ ਵੱਡਾ ਜਿਹੜਾ ਅਪਰਾਧ ਹੈ, ਦਿਨ ਦੀ ਵੀ ਚਿੱਟੇ ਦਿਨ ਹੋ ਗਿਆ। ਉਹਨੇ ਸੁਰੱਖਿਆ ਵੀ ਮੰਗੀ ਸੀ, ਉਸ ਨੂੰ ਕਿਉਂ ਨਹੀਂ ਮਿਲੀ? ਇਸ ਮਾਮਲੇ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਫਿਰ ਉੱਥੇ ਇਸ ਤਰ੍ਹਾਂ ਦੇ ਕੀ ਪ੍ਰਬੰਧ ਨੇ ਸ਼ਹਿਰ ਦੇ ਵਿੱਚ ਸੁਰੱਖਿਆ ਦੇ, ਇਹ ਵੀ ਇੱਕ ਬੜਾ ਵੱਡਾ ਸਵਾਲ ਹੈ। ਅਤੇ ਫਿਰ ਹੁਣ ਉਹਦੇ ਕੋਲੋਂ ਅੱਗੋਂ ਕੀ ਜਾਂਚ ਪੜਤਾਲ ਹੋ ਕੇ ਕੀ ਪੁੱਛਗਿੱਛ ਹੁੰਦੀ ਹੈ। ਪਰ ਸਿੱਧੇ ਤੌਰ 'ਤੇ ਜਿਹੜੀ ਹੈ ਲੋਕਾਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਉਸ ਨੂੰ 4 ਦਿਨਾਂ ਵਿੱਚ ਹੀ ਫਾਂਸੀ ਦਿੱਤੀ ਜਾਵੇ। ਇਹ ਗੱਲ ਵੀ ਹੋਰ ਕਿਸੇ ਨੇ ਕਹੀ ਨਹੀਂ, ਰਾਜਸਥਾਨ ਦੇ ਮੰਤਰੀ ਪ੍ਰਤਾਪ ਸਿੰਘ ਨੇ ਕਿਹਾ ਕਿ ਦੋਸ਼ੀਆਂ ਨੂੰ 4 ਦਿਨਾਂ ਦੇ ਵਿੱਚ ਫਾਂਸੀ 'ਤੇ ਲਟਕਾਇਆ ਜਾਣਾ ਚਾਹੀਦਾ, ਤਾਂ ਕਿ ਪਤਾ ਲੱਗੇ ਕਿ ਜਿਹੜਾ ਕੋਈ ਇਸ ਤਰ੍ਹਾਂ ਦਾ ਕ੍ਰਾਈਮ ਕਰਦਾ, ਇਸ ਤਰ੍ਹਾਂ ਦਾ ਅਪਰਾਧ ਕਰਦਾ, ਉਹਨੂੰ ਜਿਹੜੀ ਸਜ਼ਾ ਹੈ ਉਹ ਤੁਰਤ ਫੁਰਤ ਮਿਲਦੀ ਹੈ। ਉਹਨਾਂ ਦੇ ਪਰਿਵਾਰ ਵਾਲਿਆਂ ਵੱਲੋਂ ਵੀ ਇਹੀ ਮੰਗ ਕੀਤੀ ਜਾ ਰਹੀ ਹੈ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਸਜ਼ਾ ਦਿੱਤੀ ਜਾਵੇ, ਤਾਂ ਕਿ ਇਹੋ ਜਿਹੇ ਲੋਕ ਜਿਹੜੇ ਨੇ ਹੋਰ ਵੀ ਹੋ ਸਕਦਾ ਬਾਹਰ ਘੁੰਮਦੇ ਫਿਰਦੇ ਹੋਣ, ਉਹ ਕੁਝ ਹੋਰ ਲੋਕਾਂ ਦੀ ਜਾਨ ਨਾ ਲੈ ਸਕਣ। ਜੀ, ਅਤੇ ਸੰਧੂ ਸਾਹਿਬ ਬਹੁਤ ਹੀ ਕੁਇਕਲੀ ਜੇ 1-1.5 ਮਿੰਟ ਵਿੱਚ ਹੀ ਆਪਾਂ ਗੱਲ ਕਰੀਏ ਕਿ 2019 ਦੇ ਵਿੱਚ ਇੱਕ ਘਪਲੇ ਬਾਰੇ ਜਾਣਕਾਰੀ ਮਿਲੀ ਸੀ ਕਿ ਖੇਤੀਬਾੜੀ ਮਸ਼ੀਨਰੀ ਦੀ ਖਰੀਦ ਵਿੱਚ 1178 ਕਰੋੜ ਦਾ ਘਪਲਾ ਹੋਇਆ। ਹੁਣ ED ਵੱਲੋਂ ਉਸ ਮਾਮਲੇ ਦੀ ਜਾਂਚ ਕੀਤੀ ਜਾਣੀ ਹੈ ਜੀ। ED ਦੇ ਟਾਰਗੇਟ ਉੱਤੇ ਹੈ ਜੀ ਇਹ, ਬਲਕਿ ਜਾਂਚ ਆਪਾਂ ਕਹਿ ਸਕਦੇ ਹਾਂ ਸ਼ੁਰੂ ਹੋ ਚੁੱਕੀ ਹੈ। ਸਰਕਾਰ ਨੇ ਆਪਣੇ ਵਿਭਾਗ ਨੂੰ, ਸਾਰਿਆਂ ਸੰਬੰਧਿਤ ਜਿਹੜੀਆਂ ਧਿਰਾਂ ਨੇ ਉਹਨਾਂ ਨੂੰ ਇਹ ਜਾਰੀ ਕਰ ਦਿੱਤਾ ਪੱਤਰ ਕਿ ਆਪਣੇ ਦਸਤਾਵੇਜ਼ ਡਾਕੂਮੈਂਟ ਜਿਹੜੇ ਉਹ ਤਿਆਰ ਰੱਖੋ। ਪਰ ਗੱਲ ਦੇਖੋ, ਆਪਾਂ ਘਪਲਿਆਂ ਦੀ ਗੱਲ ਕਰੀ ਜਾ ਰਹੇ ਹਾਂ। ਘਪਲੇ ਦੇ ਉੱਤੇ ਘਪਲਾ ਮਤਲਬ ਪਤਾ ਨਹੀਂ ਕਿੰਨੇ ਅਣਗਿਣਤ ਜੇ ਉਹ ਹੋਣਗੇ ਜਿਨ੍ਹਾਂ ਬਾਰੇ ਕੁਛ ਉਗ ਨਹੀਂ ਹੈ, ਪਤਾ ਨਹੀਂ ਨਿਕਲਿਆ। ਇਹ ਖੇਤੀਬਾੜੀ, ਕਿਉਂਕਿ ਜਿਹੜੀ ਰਹਿੰਦ ਖੂੰਹਦ ਹੁੰਦੀ ਹੈ ਨਾ ਫਸਲ ਦੀ, ਖਾਸ ਕਰਕੇ ਕਣਕ ਦੇ ਥੱਲੇ ਜਿਹੜਾ ਨਾੜ ਬਚ ਜਾਂਦਾ, ਰਹਿੰਦ ਖੂੰਹਦ ਬਚ ਜਾਂਦੀ
ਹੈ, ਜੀ। ਝੋਨੇ ਦੇ ਥੱਲੇ ਪਰਾਲੀ 'ਚ ਜਿਹੜਾ ਰਹਿੰਦ ਖੂੰਹਦ ਬਣ ਜਾਂਦੀ ਹੈ ਉਸ ਨੂੰ ਕਿਸਾਨਾਂ ਵੱਲੋਂ ਅੱਗ ਲਾਈ ਜਾਂਦੀ ਹੈ। ਉਹਦੇ 'ਤੇ ਸਵਾਲ ਉੱਠਦਾ ਕਿ ਪ੍ਰਦੂਸ਼ਣ ਫੈਲਦਾ ਹੈ। ਜੀ। ਪ੍ਰਦੂਸ਼ਣ ਖਤਮ ਕਰਨ ਵਾਸਤੇ ਕੇਂਦਰ ਸਰਕਾਰ ਵੱਲੋਂ ਇੱਕ ਸਕੀਮ ਚਲਾਈ ਗਈ ਕਿ ਸਬਸਿਡੀ ਦੇ ਉੱਤੇ ਕਿਸਾਨਾਂ ਨੂੰ ਔਜ਼ਾਰ ਦੇਵਾਂਗੇ ਤਾਂ ਕਿ ਉਸ ਰਹਿੰਦ ਖੂੰਹਦ ਨੂੰ ਖੇਤੀ ਦੇ ਵਿੱਚ ਹੀ ਵਾਹ ਕੇ ਪੱਧਰਾ ਕਰ ਦਿੱਤਾ ਜਾਵੇ ਤੇ ਅਗਲੀ ਫਸਲ ਬੀਜੀ ਜਾਵੇ। ਜੀ। ਉਹਦੇ ਵਾਸਤੇ 1178 ਕਰੋੜ ਰੁਪਇਆ ਜਿਹੜਾ ਉਹ ਦਿੱਤਾ ਗਿਆ, ਜਿਹਦੇ ਵਿੱਚ 80% ਦੀ ਸਬਸਿਡੀ ਸੀ। ਪੈਸਾ ਲੈ ਲਿਆ ਪੰਜਾਬ ਸਰਕਾਰ ਨੇ, ਸੰਬੰਧਿਤ ਵਿਭਾਗਾਂ ਨੇ ਪੈਸਾ ਜਿਹੜਾ ਸੀ ਉਹ ਖਾ ਪੀ ਲਿਆ ਗਿਆ। ਇਹ ਵੀ ਕਿਹਾ ਗਿਆ ਸੀਗਾ ਕਿ ਮਸ਼ੀਨਰੀ ਬੈਂਕ ਸਥਾਪਿਤ ਕੀਤੇ ਜਾਣਗੇ ਜਿਨ੍ਹਾਂ ਵਿੱਚ ਇਸ ਤਰ੍ਹਾਂ ਦੀ ਮਸ਼ੀਨਰੀ ਹੋਏਗੀ ਤੇ ਕਿਸਾਨ ਉੱਥੋਂ ਲਿਜਾ ਕੇ ਆਪਣਾ ਜਿਹੜਾ ਖੇਤ ਆ ਉਹ ਪੱਧਰੇ ਕਰ ਸਕਣਗੇ, ਵਾਹ ਸਕਣਗੇ, ਰਹਿੰਦ ਖੂੰਹਦ ਨੂੰ ਵਿੱਚੇ ਹੀ ਉਹਦੇ ਨਸ਼ਟ ਕਰ ਸਕਣਗੇ। ਉਹ ਕਾਗਜ਼ਾਂ ਦੇ ਵਿੱਚ ਹੀ ਬਣੇ ਖੇਤੀ ਬੈਂਕ ਹਕੀਕਤ 'ਚ ਬਣੇ ਨਹੀਂ, ਨਾ ਕੋਈ ਮਸ਼ੀਨਰੀ ਖਰੀਦੀ ਗਈ। ਮਾਮਲਾ ਇਹ 2019 'ਚ ਵੀ ਉੱਠਿਆ ਸੀ ਤੇ ਉਸ ਵੇਲੇ ਜਿਹੜੇ ਖੇਤੀਬਾੜੀ ਮੰਤਰੀ ਨੇ ਰਣਦੀਪ ਸਿੰਘ ਨਾਭਾ, ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਵੀ ਇਹ ਗੱਲ ਦੱਸੀ ਸੀ ਕਿ ਇੰਨਾ ਜ਼ਿਆਦਾ ਘਪਲਾ ਹੋਇਆ, ਇਸ ਮਾਮਲੇ ਦੀ ਜਾਂਚ ਕਰਾਈ ਜਾਵੇ। ਖੈਰ ਇਹ 3 ਸਾਲ ਲੰਘ ਗਏ, ਇਹਦੀ ਜਾਂਚ ਨਹੀਂ ਹੋਈ। ਕਿਉਂ ਨਹੀਂ ਹੋਈ ਇਹ ਵੀ ਇੱਕ ਵੱਡਾ ਸਵਾਲ ਹੈ। ਪਰ ਹੁਣ ਈਡੀ ਨੇ ਇਹਦੀ ਜਾਂਚ ਆਰੰਭ ਕਰ ਦਿੱਤੀ ਹੈ। ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਕਿ ਪਿਛਲੀ ਸਰਕਾਰ ਦੇ ਕਿਹੜੇ ਲੋਕ ਇਹਦੇ ਵਿੱਚ ਫਸਦੇ ਨੇ ਤੇ ਉਹ ਪੈਸਾ ਜਿਹੜਾ ਉਹ ਕਿਹਨੇ ਖਾਧਾ ਹੈ ਤੇ ਕਿਵੇਂ ਉਹ ਪੈਸਾ। ਸਭ ਤੋਂ ਵੱਡੀ ਗੱਲ ਇਹ ਹੁੰਦੀ ਕਿ ਪੈਸਾ ਵਸੂਲਿਆ ਜਾਣਾ ਚਾਹੀਦਾ ਹੈ। ਜਿਹੜਾ ਪੈਸਾ ਜਨਤਾ ਦਾ ਪੈਸਾ ਸੀ ਉਹ ਲੋਕਾਂ ਨੇ ਆਪਣੇ ਢਿੱਡ 'ਚ ਪਾ ਲਿਆ, ਖਾ ਲਿਆ, ਉਹ ਬਾਹਰ ਨਿਕਲਣਾ ਚਾਹੀਦਾ। ਸੰਧੂ ਸਾਹਿਬ, ਸਾਰੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਲਈ ਬਹੁਤ ਧੰਨਵਾਦ ਜੀ।